Hello everyone, welcome to Victor's Knowledge. This is Chinu Sharma. So today we are going to take up a very important session on monthly current affairs. So ਅੱਜ ਦੇ ਇਸ ਲੈਕਚਰ ਦੇ ਅੰਦਰ ਮੈਂ ਤੁਹਾਡੇ ਨਾਲ ਮਾਰਚ ਮਹੀਨੇ ਦੇ ਇੰਪੋਰਟੈਂਟ 200 MCQs ਡਿਸਕਸ ਕਰੂੰਗੀ। ਸੋ ਟੋਟਲ ਮਾਰਚ ਮੰਥ ਦੇ ਇਕੱਲੇ ਦੇ 400 MCQs ਹੋਣਗੇ। ਸੋ ਮੈਂ ਜ਼ਿਆਦਾ ਡਿਟੇਲ ਵਿੱਚ ਜ਼ਿਆਦਾ MCQs ਇਸ ਲਈ ਕਰਵਾ ਰਹੀ ਹਾਂ ਕਿਉਂਕਿ ਜਿਹੜੇ ਸਟੂਡੈਂਟਸ ਆਉਣ ਵਾਲੇ 1-2 ਮਹੀਨੇ ਬਾਅਦ ਜੋ ਪੇਪਰ ਹੋਣੇ ਨੇ ਜਿਵੇਂ ਨਾਇਬ ਤਹਿਸੀਲਦਾਰ ਹੋ ਗਿਆ ਜਾਂ ਕੋਈ ਹੋਰ ਪੁਲਿਸ ਐਗਜ਼ਾਮਸ ਹੋ ਗਏ ਸੋ ਉਹਨਾਂ ਦੇ ਲਈ ਜਿਹੜੇ ਹੁਣ ਇਹ ਮੰਥਸ ਨੇ ਮਾਰਚ ਅਪ੍ਰੈਲ ਮਈ ਇਹਨਾਂ ਦੇ ਕਰੰਟ ਅਫੇਅਰ ਤੁਸੀਂ ਬਹੁਤ ਚੰਗੀ ਤਰ੍ਹਾਂ ਡੀਪਲੀ ਤਿਆਰ ਕਰਨੇ ਨੇ। ਸੋ ਇਸੇ ਕਾਰਨ ਕਰਕੇ ਮੈਂ ਤੁਹਾਡੇ ਨਾਲ ਜਿਹੜੇ ਇਹ ਕਰੰਟ ਅਫੇਅਰਸ ਨੇ ਦੋ ਪਾਰਟਸ ਵਿੱਚ ਡਿਸਕਸ ਕਰੂੰਗੀ ਸੋ ਦੈਟ ਆਪਣਾ ਮੈਕਸਿਮਮ ਕਰੰਟ ਅਫੇਅਰ ਦਾ ਪੋਰਸ਼ਨ ਉਰੇ YouTube ਉੱਪਰ ਹੀ ਕਵਰ ਹੋ ਜਾਵੇ। ਸੋ ਅੱਜ ਦੇ ਪਾਰਟ 1 ਦੇ ਅੰਦਰ ਆਪਾਂ 200 MCQs ਦੇਖਾਂਗੇ। Remaining 200 MCQs will be covered up in part 2 that will be coming up tomorrow or day after. So now let's get started. Also ਜੇ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ or you haven't subscribed to my channel yet, please do subscribe to it. One more thing that I would like to share, I have launched a special revision course for Naib Tehsildar exam which is going to be held on 22nd May. So 22 ਮਈ ਨੂੰ ਨਾਇਬ ਤਹਿਸੀਲਦਾਰ PPSC ਦੁਆਰਾ ਐਗਜ਼ਾਮ ਕੰਡਕਟ ਕਰਵਾਇਆ ਜਾਊਗਾ। ਸੋ ਇਹਦੇ ਲਈ ਇੱਕ ਇੰਪੋਰਟੈਂਟ ਰਿਵੀਜ਼ਨ ਕੋਰਸ ਹੈ ਜਿਹਦੇ ਅੰਦਰ GS ਤੇ ਜਿੰਨੇ ਵੀ ਇੰਪੋਰਟੈਂਟ ਕਨਸੈਪਟ ਨੇ ਉਹਨਾਂ ਦੇ ਜੋ ਵੀ ਇੰਪੋਰਟੈਂਟ ਟੌਪਿਕਸ ਐਗਜ਼ਾਮ ਦੇ ਲਈ ਰਹਿਣ ਵਾਲੇ ਨੇ ਉਹਨਾਂ ਦੇ ਲੈਕਚਰਸ ਕਵਰ ਕੀਤੇ ਹੋਏ ਨੇ, ਮੇਗਾ ਸੈਸ਼ਨਸ ਨੇ। ਆਲਸੋ ਤੁਹਾਨੂੰ ਕੰਪਲੀਟ ਇਸ ਕੋਰਸ ਦੇ ਅੰਦਰ GS ਨੋਟਸ ਮਿਲਣਗੇ, MCQs ਦਿੱਤੇ ਜਾਣਗੇ ਰਿਵੀਜ਼ਨ ਦੇ ਲਈ, ਡੀਟੇਲਡ ਪਲੱਸ MCQ ਕਰੰਟ ਅਫੇਅਰਸ ਵਿਲ ਬੀ ਗਿਵਨ। One more thing that is a special offer with this revision course, that is 5 complete mock tests. So these will be completely free, given as complimentary with this course. So if you are interested in buying this course, then you can send email on this below mentioned address and the price, discounted price is only rupees 2000. So now starting with our first question, first MCQ on current affair from the month of March 2022. ਕਿਹੜੀ ਕੰਪਨੀ ਨੇ ਇੰਡਸ ਟਾਵਰ ਵੋਡਾਫੋਨ ਗਰੁੱਪ ਚੋਂ ਜੋ ਬਿਲੋਂਗ ਕਰਦੀ ਹੈ ਉਹਦੇ ਵਿੱਚ 4.7% ਸਟੇਕ ਹਿੱਸਾ ਲਿਆ। ਸੋ ਇਹਦੇ ਵਿੱਚ ਹਿੱਸਾ ਲਿਆ ਭਾਰਤੀ ਏਅਰਟੈਲ ਨੇ, ਆਪਸ਼ਨ ਬੀ ਇਹਦਾ ਰਾਈਟ ਆਨਸਰ ਹੈ। ਆਲਸੋ ਜਦੋਂ ਵੀ ਮੈਂ ਤੁਹਾਨੂੰ ਲੈਕਚਰ ਕਰਵਾ ਰਹੀ ਹਾਂ ਇਹਦੇ ਵਿੱਚ ਮੈਂ ਜਿਹੜੇ ਕੁਐਸਚਨ ਤੁਹਾਨੂੰ ਸਟਾਰ ਮਾਰਕ ਇੰਪੋਰਟੈਂਟ ਮਾਰਕ ਕਰਵਾਉਂਗੀ ਉਹਨਾਂ ਨੂੰ ਤੁਸੀਂ ਦੁਬਾਰਾ ਜਦੋਂ ਰਿਵੀਜ਼ਨ ਕਰਕੇ ਜਾਣੀ ਹੈ ਪੇਪਰ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਦੇਖਣਾ ਹੈ। Standard Chartered has tied up with which association for payment platform for the airline industry? So A है airline industry, International Air Transport Association. Next is MSME RuPay credit card ਕਿਹੜੇ ਬੈਂਕ ਦਾ ਇਨੀਸ਼ੀਏਟਿਵ ਹੈ ਤੇ ਨਾਲ ਐਸੋਸੀਏਸ਼ਨ ਹੈ ਇਸ ਇਨੀਸ਼ੀਏਟਿਵ ਨੂੰ ਲਾਂਚ ਕਰਨ ਦੀ NPCI। ਸੋ ਇਹ ਬੈਂਕ ਹੈ ਯੂਨੀਅਨ ਬੈਂਕ ਆਫ ਇੰਡੀਆ, ਆਪਸ਼ਨ ਏ। ਮਰਾਠੀ ਲੈਂਗੁਏਜ ਡੇ ਹਰ ਸਾਲ 27 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਵਿਸ਼ਨੂੰ ਵਮਨ ਸ਼ਿਰਵਾਡਕਰ ਜੀ ਦਾ ਜਨਮ ਹੋਇਆ ਸੀ। ਸੋ ਉਹਨਾਂ ਦੀ ਬਰਥ ਐਨੀਵਰਸਰੀ ਨੂੰ ਆਨਰ ਕਰਨ ਦੇ ਲਈ ਮਰਾਠੀ ਲੈਂਗੁਏਜ ਡੇ 27 ਫਰਵਰੀ ਨੂੰ ਮਨਾਉਂਦੇ ਆ। ਸੋ ਇੰਪੋਰਟੈਂਟ ਡੇ ਵੀ ਤੁਸੀਂ ਯਾਦ ਰੱਖਣਾ। ਵਿਸ਼ਨੂੰ ਵਮਨ ਜੀ ਨੂੰ ਪੋਪੂਲਰਲੀ ਕੀ ਨਾਮ ਦੇ ਨਾਲ ਜਾਣਿਆ ਜਾਂਦਾ ਸੀ, ਉਹਨਾਂ ਨੂੰ ਪੋਪੂਲਰਲੀ ਕੀ ਕਿਹਾ ਜਾਂਦਾ ਸੀ? ਸੋ ਹੀ ਵਾਸ ਪੋਪੂਲਰਲੀ ਨੋਨ ਐਜ਼ ਕੁਸੁਮਗ੍ਰਾਜ, ਆਪਸ਼ਨ ਬੀ। The center has given an extension, center ਨੇ ਇੱਕ ਸਕੀਮ ਹੈ IVFRT immigration visa foreigner registration tracking scheme, ਇਹਨੂੰ extend ਕਰਤਾ 31 ਮਾਰਚ 2021 ਲਈ। ਸੋ ਕਿੰਨੇ ਸਾਲਾਂ ਲਈ extend ਕੀਤਾ ਹੈ? 31 ਮਾਰਚ ਤੋਂ ਬਾਅਦ। ਸੋ ਇਹਨੂੰ 31 ਮਾਰਚ ਤੋਂ ਸ਼ੁਰੂ ਹੋ ਕੇ ਹੋਰ 5 ਸਾਲਾਂ ਦੇ ਲਈ extend ਕਰਤਾ, ਆਪਸ਼ਨ ਬੀ ਇਹਦਾ ਰਾਈਟ ਆਨਸਰ ਹੈ। ਕਿਹੜੀ ਮਿਨਿਸਟਰੀ ਨੇ ਇੱਕ ਕੈਂਪੇਨ ਸਟਾਰਟ ਕੀਤਾ ਹੈ ਭਾਸ਼ਾ ਸਰਟੀਫਿਕੇਟ ਸੈਲਫੀ ਅੰਡਰ, ਇਹਦੀ ਜਿਹੜੀ ਮੇਨ ਪ੍ਰੋਗਰਾਮ ਹੈ ਸਕੀਮ ਹੈ ਏਕ ਭਾਰਤ ਸ਼੍ਰੇਸ਼ਠ ਭਾਰਤ। ਸੋ ਉਹਦੇ ਅੰਦਰ ਹੀ ਇਹ ਜਿਹੜਾ ਕੈਂਪੇਨ ਸ਼ੁਰੂ ਕੀਤਾ ਹੈ। ਇਹ ਮਿਨਿਸਟਰੀ ਦਾ ਨਾਮ ਹੈ ਮਿਨਿਸਟਰੀ ਆਫ ਐਜੂਕੇਸ਼ਨ, ਆਪਸ਼ਨ। ਕਿਹੜੀ ਸਟੇਟ ਨੇ ਅਨਾਉਂਸ ਕੀਤਾ ਹੈ ਕਿ ਉਹ ਹਰ ਸਾਲ ਫਰਵਰੀ 26 ਤੋਂ ਲੈ ਕੇ 1 ਮਾਰਚ ਤੱਕ ਐਨੂਅਲ ਸਾਲਾਨਾ ਵਾਈਵਾ ਕਾਰਨੀਵਲ ਮਨਾਇਆ ਕਰੂਗੀ? ਸੋ ਇਹਨੂੰ ਸੈਲੀਬ੍ਰੇਟ ਕਰਿਆ ਕਰੂਗੀ। ਸੋ ਉਹ ਹੈ ਗੋਆ, ਆਪਸ਼ਨ ਏ। The issue of co-location is in news these days.
ਕੋਲੋਕੇਸ਼ਨ ਕਿਹੜੀ ਫੀਲਡ ਨਾਲ ਰਿਲੇਟਡ ਹੈ? ਕਈ ਵਾਰੀ ਇਸ ਤਰ੍ਹਾਂ ਦੇ ਕਰੰਟ ਅਫੇਅਰ ਚੋਂ ਸਟੈਟਿਕ ਕੁਐਸਚਨ ਆਉਂਦੇ ਨੇ, ਸੋ ਇਹ ਬਹੁਤ ਇੰਪੋਰਟੈਂਟ ਐਗਜ਼ਾਮ ਦੇ ਲਈ। ਕੋਲੋਕੇਸ਼ਨ ਐਸੋਸੀਏਟਡ ਹੈ ਸਟਾਕ ਮਾਰਕੀਟ ਦੇ ਨਾਲ। ਗਾਵਾਸ ਦੀ ਐਕਸਪੋਰਟ ਇੰਡੀਆ ਚੋਂ ਬਹੁਤ ਜ਼ਿਆਦਾ ਹਾਈ ਹੋਈ ਹੈ ਸਾਲ 2013 ਤੋਂ ਬਾਅਦ। ਇਸ ਬਾਰੀ ਸਭ ਤੋਂ ਜ਼ਿਆਦਾ ਜੰਪ ਕੀਤਾ ਹੈ ਗਾਵਾਸ ਦੀ ਐਕਸਪੋਰਟ ਨੇ। ਕਿੰਨੇ % ਇਨਕਰੀਜ਼ ਹੋਈ ਐਕਸਪੋਰਟ? ਸੋ ਉਹ ਹੈ 260%, ਆਪਸ਼ਨ ਡੀ। ਬੰਬੇ ਸਟਾਕ ਐਕਸਚੇਂਜ ਤੇ ਨੈਸ਼ਨਲ ਸਟਾਕ ਐਕਸਚੇਂਜ ਇਹਨਾਂ ਨੇ ਸਟਾਕ ਸੈਟਲਮੈਂਟ ਸਿਸਟਮ ਸਟਾਰਟ ਕੀਤਾ ਹੈ 25 ਫਰਵਰੀ 2022 ਤੋਂ। ਇਹਦਾ ਨਾਮ ਕੀ ਹੈ? ਇਹਦਾ ਨਾਮ ਹੈ T+1, ਆਪਸ਼ਨ ਬੀ। ਐਨੋਸਮੀਆ ਅਵੇਅਰਨੈਸ ਡੇ, ਵੈਰੀ ਇੰਪੋਰਟੈਂਟ। ਐਨੋਸਮੀਆ ਟਰਮ ਜਦੋਂ ਕੋਵਿਡ-19 ਪੈਂਡੈਮਿਕ ਚੱਲ ਰਿਹਾ ਸੀ, ਸਪੈਸ਼ਲੀ ਉਹਦੀ ਦੂਜੀ ਵੇਵ ਆਈ ਸੀ, ਉਦੋਂ ਇਹ ਟਰਮ ਬਹੁਤ ਜ਼ਿਆਦਾ ਨਿਊਜ਼ ਵਿੱਚ ਚੱਲ ਰਹੀ ਸੀ। 27 ਫਰਵਰੀ ਨੂੰ ਆਬਜ਼ਰਵ ਕੀਤਾ ਜਾਂਦਾ ਹੈ। ਐਨੋਸਮੀਆ ਦਾ ਮਤਲਬ ਕੀ ਹੈ? ਕਿਸ ਚੀਜ਼ ਨਾਲ ਰਿਲੇਟਡ ਹੈ? ਐਨੋਸਮੀਆ ਦਾ ਮਤਲਬ ਹੈ ਸਮੈਲ ਦਾ ਜਾਣਾ, ਲਾਸ ਆਫ ਸਮੈਲ, ਆਪਸ਼ਨ ਬੀ। Which is the first multilateral agency जिन्हें अपना ऑफिस खोलिया है गुजरात इंटरनेशनल फाइनेंस टेक सिटी गिफ्ट सिटी विच? सो ए मल्टीलेटरल एजेंसी है न्यू डेवलपमेंट बैंक, ऑप्शन बी। ट्रॉपिकल साइक्लोन एमनाती recently hit which country? ट्रॉपिकल साइक्लोन एमनाती मैडागास्कर विच देखने को मिला है, ऑप्शन डी इज द राइट आंसर। ट्विटर ने अपने पब्लिक पॉलिसी ਦਾ ਹੈਡ ਇੰਡੀਆ ਵਿੱਚੋਂ ਕਿਹਨੂੰ ਨਿਯੁਕਤ ਕੀਤਾ ਹੈ? ਉਹ ਹੈ ਸਮੀਰਨ ਗੁਪਤਾ, ਆਪਸ਼ਨ ਸੀ। ਕਿਹੜੀ ਟੀਮ ਨੇ ਮੈਨ ਆਈਸ ਹਾਕੀ ਚੈਂਪੀਅਨਸ਼ਿਪ ਦਾ 15th ਐਡੀਸ਼ਨ ਵਾਲਾ ਜਿਹੜਾ CEC ਕੱਪ ਹੈ ਉਹ ਜਿੱਤਿਆ? ਸੋ ਇਹਦੇ ਜੇਤੂ ਰਹੇ ਨੇ ਲਦਾਖ ਸਕਾਊਟ, ਆਪਸ਼ਨ ਏ। Which is the world's first country to derive ਇੱਕ plant-based COVID vaccine derive ਕਰਨ ਵਾਲੀ ਦੁਨੀਆ ਦੀ ਪਹਿਲੀ ਕੰਟਰੀ ਕਿਹੜੀ ਹੈ? ਸੋ ਉਹਦਾ ਨਾਮ ਹੈ ਕੈਨੇਡਾ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਮਾਰਪੀ ਪੂਰੀ ਪੁੱਛ ਪਹਿਲੀ ਵਿਮਨ ਚੀਫ ਬਣੀ ਹੈ ਕਿਹੜੀ ਰੈਗੂਲੇਟਰੀ ਬਾਡੀ ਦੀ? ਸੋ ਇਹ ਬਣੀਆਂ ਨੇ ਸੈਬੀ ਦੀ, ਆਪਸ਼ਨ ਏ। ਨੈਸ਼ਨਲ ਸਾਇੰਸ ਡੇ 28 ਫਰਵਰੀ ਨੂੰ ਮਨਾਇਆ ਜਾਂਦਾ ਹੈ। CV ਰਮਨ ਦੇ ਨਾਲ ਕਿਸ ਵੇ ਦੇ ਵਿੱਚ ਐਸੋਸੀਏਟਡ ਹੈ? ਸੋ ਨੈਸ਼ਨਲ ਸਾਇੰਸ ਡੇ 28 ਫਰਵਰੀ ਨੂੰ CV ਰਮਨ ਦੇ ਨਾਲ ਐਸੋਸੀਏਟਡ ਹੈ ਉਹਨਾਂ ਦੀ ਇੱਕ ਡਿਸਕਵਰੀ ਕਰਕੇ। ਸੋ ਉਹਨਾਂ ਨੇ ਰਾਮਨ ਇਫੈਕਟ ਨੂੰ ਡਿਸਕਵਰ ਕੀਤਾ ਸੀ, ਆਪਸ਼ਨ ਸੀ ਇਹਦਾ ਰਾਈਟ ਆਂਸਰ ਹੈ। ਕਿਹੜੇ ਟੈਨਿਸ ਪਲੇਅਰ ਨੇ ਮੈਕਸੀਕਨ ਓਪਨ 2022 ਜਿੱਤਿਆ ਹੈ, ਆਲਸੋ ਨੋਨ ਐਜ਼ ਐਕੀਪੀਲੀਓ ਟਾਈਟਲ? ਸੋ ਇਹ ਵੀ ਤੁਹਾਨੂੰ ਆ ਸਕਦਾ ਹੈ ਕਿ ਇਸ ਪ੍ਰੋਪਰ ਟੂਰਨਾਮੈਂਟ ਦੇ ਨਾਲ ਰਿਲੇਟਡ ਟਾਈਟਲ ਕਿਹੜਾ? ਸੋ ਇਹ ਸਪੋਰਟਸ ਦਾ ਇੰਪੋਰਟੈਂਟ ਸਟੈਟਿਕ ਕੁਐਸਚਨ ਵੀ ਬਣਦਾ ਹੈ। ਸੋ ਉਹ ਜੇਤੂ ਨੇ ਰਾਫੇਲ ਨਡਾਲ, ਆਪਸ਼ਨ ਸੀ। ਇੰਡੀਆ ਦੇ ਸਾਦਿਕ ਤਾਰਿਕ ਨੇ 골ਡ ਮੈਡਲ ਜਿੱਤਿਆ ਜੂਨੀਅਰ ਟੂਰਨਾਮੈਂਟ ਵਿੱਚ ਐਟ ਮਾਸਕੋ ਸਟਾਰ ਚੈਂਪੀਅਨਸ਼ਿਪ 2022। ਕਿਹੜੀ ਸਪੋਰਟ ਵਿੱਚ ਇਹਨਾਂ ਨੇ 골ਡ ਮੈਡਲ ਜਿੱਤਿਆ? ਸੋ ਉਹ ਗੇਮ ਹੈ, ਸਪੋਰਟ ਹੈ ਵੂਸ਼ੂ, ਆਪਸ਼ਨ ਏ। ਨੈਕਸਟ ਹੈ ਦੁਨੀਆ ਦਾ ਪਹਿਲਾ 에ਅਰਪੋਰਟ ਜਿਹੜਾ ਸੋਲਰ એનર્ਜੀ ਨਾਲ ਚੱਲੂਗਾ, ਜਲਦੀ ਹੀ ਆਪਣਾ ਨਵਾਂ ਸੋਲਰ ਪਾਵਰ ਪਲਾਂਟ ਕਮਿਸ਼ਨ ਕਰਨ ਜਾ ਰਿਹਾ ਹੈ। ਸੋ ਇਹ ਇੰਡੀਆ ਦਾ ਇੰਟਰਨੈਸ਼ਨਲ 에ਅਰਪੋਰਟ ਹੈ, ਇਹਦਾ ਨਾਮ ਕੀ ਹੈ? ਸੋ ਇਹ ਹੈ ਕੋਚੀਨ, ਆਪਸ਼ਨ ਏ। 1956 ਦੇ 올림픽 ਦੇ ਬ੍ਰੌਂਜ਼ ਮੈਡਲਿਸਟ ਤੇ ਨਾਲ ਹੀ ਫਾਰਮਰ ਵਰਲਡ 1500 ਮੀਟਰ ਤੇ ਮਾਈਲ ਰੈਕੋਰਡ ਹੋਲਡਰ ਜੌਨ ਲੈਂਡੀ, ਇਹਨਾਂ ਦੀ ਰੀਸੈਂਟਲੀ ਡੈਥ ਹੋਈ ਹੈ। ਕਿਹੜੀ ਕੰਟਰੀ ਨੂੰ ਬਿਲੋਂਗ ਕਰਦੇ ਸੀ? ਇਸ ਤਰ੍ਹਾਂ ਦੀ ਇੰਪੋਰਟੈਂਟ ਇੰਟਰਨੈਸ਼ਨਲ ਲੈਵਲ ਦੀਆਂ ਆਬਿਚੁਰੀਜ਼ ਵੀ ਤੁਸੀਂ ਜ਼ਰੂਰ ਐਗਜ਼ਾਮ ਦੇ ਲਈ ਤਿਆਰ ਕਰਨੀਆਂ ਨੇ, ਤੇ ਇਹ ਬਿਲੋਂਗ ਕਰਦੇ ਸੀ ਆਸਟ੍ਰੇਲੀਆ ਨੂੰ, ਆਪਸ਼ਨ ਏ। ਕਿਹੜੀ ਸਟੇਟ ਦੀ ਸਰਕਾਰ ਨੇ ਡਿਸਾਈਡ ਕੀਤਾ ਹੈ ਕੋਈ ਵਿੰਗ ਸਟਾਰਟ ਕਰਨਗੇ ਜਿਹਦਾ ਨਾਮ ਹੋਊਗਾ ਮੈਰੀਨ ਐਲੀਟ ਫੋਰਸ ਅੰਡਰ ਦ ਫੋਰੈਸਟ ਡਿਪਾਰਟਮੈਂਟ, ਮੈਰੀਨ ਲਾਈਫ ਨੂੰ ਬਚਾਉਣ ਦੇ ਲਈ, ਕੰਜ਼ਰਵੇਸ਼ਨ ਦੇ ਲਈ? ਸੋ ਇਹ ਸਟੇਟ ਗਵਰਨਮੈਂਟ ਹੈ ਤਮਿਲਨਾਡੂ, ਆਪਸ਼ਨ ਬੀ। ਪੂਜਾ ਜਾਤਨ ਇਹਨਾਂ ਨੇ ਹਿਸਟਰੀ ਕ੍ਰੀਏਟ ਕੀਤੀ ਹੈ, ਪਹਿਲੀ ਭਾਰਤੀ ਬਣੀ ਹੈ ਜਿਨ੍ਹਾਂ ਨੇ ਸਿਲਵਰ ਜਿੱਤਿਆ ਇੰਡੀਵਿਜੂਅਲ ਇਵੈਂਟ ਦੇ ਵਿੱਚ। ਕਿੱਥੇ? ਪੈਰਾ ਵਰਲਡ ਚੈਂਪੀਅਨਸ਼ਿਪ ਜੋ ਦੁਬਈ ਵਿੱਚ ਹੋਈਆਂ ਸੀ। ਕਿਹੜੀ ਸਪੋਰਟਸ ਦੇ ਵਿੱਚ ਇਹਨਾਂ ਨੇ ਮੈਡਲ ਜਿੱਤਿਆ? ਸੋ ਉਹ ਸਪੋਰਟਸ ਹੈ ਆਰਚਰੀ, ਆਪਸ਼ਨ ਸੀ। 28ਵਾਂ ਐਡੀਸ਼ਨ DST CII ਟੈਕਨੋਲੋਜੀ ਸਮਿਟ ਦਾ ਫਰਵਰੀ ਵਿੱਚ ਕਰਵਾਇਆ ਗਿਆ। ਕਿਹੜੀ ਕੰਟਰੀ ਪਾਰਟਨਰ ਸੀ ਇਸ ਸਮਿਟ ਦੀ? ਸੋ ਇਹਦੀ ਪਾਰਟਨਰ ਸੀ ਸਿੰਗਾਪੁਰ, ਆਪਸ਼ਨ ਸੀ। ਇੰਡੀਅਨ ਰੇਲਵੇ ਨੇ ਪਹਿਲਾ ਸੋਲਰ ਪਲਾਂਟ ਕਮਿਸ਼ਨ ਕੀਤਾ ਹੈ ਬੀਨਾ ਵਿੱਚ। ਬੀਨਾ ਕਿਹੜੇ ਸਟੇਟ ਵਿੱਚ ਹੈ? ਸੋ ਇਹ ਹੈ ਮੱਧ ਪ੍ਰਦੇਸ਼, ਆਪਸ਼ਨ ਡੀ। ਇੰਡੀਆ ਤੇ ਨਾਲ ਹੋਰ ਕਿਹੜੇ ਦੇਸ਼ ਨੇ
ਰੀਸੈਂਟਲੀ ਡਿਸਾਈਡ ਕੀਤਾ ਹੈ ਕਿ ਉਹ ਇੱਕ ਇਕੱਠੀ ਜੁਆਇੰਟ ਟਾਸਕ ਫੋਰਸ ਸ਼ੁਰੂ ਕਰਨਗੇ ਹਾਈਡਰੋ ਪਾਵਰ ਪ੍ਰੋਜੈਕਟ ਲਗਾਉਣ ਦੇ ਲਈ। ਸੋ ਉਹ ਦੇਸ਼ ਹੈ ਨੇਪਾਲ, ਆਪਸ਼ਨ ਏ। ਸਾਲ 2022 ਵਿੱਚ ਭਾਰਤ ਸਰਕਾਰ ਨੇ ਆਰਗੇਨਾਈਜ਼ ਕੀਤਾ ਸੀ ਪੋਲੀਓ ਨੈਸ਼ਨਲ ਇਮਿਊਨਾਈਜੇਸ਼ਨ ਡੇ 2022 ਕਿਹੜੇ ਦਿਨ? ਸੋ ਇਹ ਦਿਨ ਹੁੰਦਾ ਹੈ 27 ਫਰਵਰੀ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। Also, one more thing that I would like to share before moving further with today's lecture. So I have launched detailed current affairs from January till February 2022. So ਜਿਹੜੇ ਵੀ students PPSC ਦੇ ਦੁਆਰਾ ਕੰਡਕਟ ਕੀਤੇ ਗਏ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ ਜਾਂ ਕਿਸੇ ਹੋਰ ਸੈਂਟਰਲ ਲੈਵਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਬਹੁਤ ਵਾਰੀ ਦੇਖਣ ਨੂੰ ਮਿਲਿਆ ਜਿਵੇਂ ਪਿਛਲਾ ਹੀ 2021 ਵਿੱਚ ਜਿਹੜਾ ਪੰਜਾਬ ਸਿਵਲ ਸਰਵਿਸਿਜ਼ ਦਾ ਪੇਪਰ ਹੋਇਆ ਸੀ, ਉਹਦੇ ਵਿੱਚ ਵੀ ਆਪਾਂ ਨੇ ਦੇਖਿਆ ਕਿ ਜਿਹੜੇ ਕਰੰਟ ਅਫੇਅਰ ਸੀ ਮੋਸਟਲੀ ਉਹ ਇੱਕ ਡੀਟੇਲ ਫਾਰਮ ਦੇ ਵਿੱਚ ਸੀਗੇ, ਸਟੇਟਮੈਂਟ ਬੇਸ ਸੀ। ਸੋ ਜੇ ਤੁਸੀਂ ਉਸ ਤਰ੍ਹਾਂ ਦੇ ਪੈਟਰਨ ਦੇ ਲਈ ਖੁਦ ਨੂੰ ਤਿਆਰ ਕਰਨਾ ਹੈ ਤਾਂ ਤੁਸੀਂ ਇੱਕ ਕਰੰਟ ਅਫੇਅਰ ਬਾਏ ਕਰ ਸਕਦੇ ਹੋ। ਦ ਆਫਰ ਪ੍ਰਾਈਸ ਇਜ਼ ਓਨਲੀ ₹300। ਸੋ ਤੁਹਾਨੂੰ ਇਹਦੇ ਵਿੱਚ 14 ਮੰਥਸ ਤੇ ਕਰੰਟ ਅਫੇਅਰ ਮਿਲਣਗੇ ਤੇ ਨਾਲ ਯੂ ਵਿਲ ਗੈਟ ਫ੍ਰੀ 400+ general science MCQs for your practice. So if you are interested in buying these current affair, you can send email on legalvictor02896@gmail.com. Also one more thing, ਇਹਨਾਂ ਕਰੰਟ ਅਫੇਅਰਸ ਦਾ ਜਿਹੜਾ ਸੈਂਪਲ ਹੈ ਉਹ ਮੈਂ ਟੈਲੀਗ੍ਰਾਮ ਗਰੁੱਪ ਉੱਤੇ ਸ਼ੇਅਰ ਕੀਤਾ ਹੋਇਆ, ਸੋ ਤੁਸੀਂ ਜੇ ਸੈਂਪਲ ਦੇਖਣਾ ਚਾਹੋ ਤਾਂ ਦੇਖ ਸਕਦੇ ਹੋ। Now coming back to our lecture, 29th question, ਨੇਪਾਲ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਰੈਟੀਫਾਈ ਕੀਤਾ ਹੈ $500 ਮਿਲੀਅਨ ਦਾ $, ਗ੍ਰਾਂਟ ਅਸਿਸਟੈਂਟ ਮਿਲੀਨੀਅਮ ਚੈਲੰਜ ਕਾਰਪੋਰੇਸ਼ਨ ਪੈਕਟ। ਕਿਹੜੀ ਕੰਟਰੀ ਨੇ ਇਹ MCC ਪੈਕਟ ਇਨੀਸ਼ੀਏਟ ਕੀਤਾ ਸੀ? ਸੋ ਇਹਦੀ ਸ਼ੁਰੂਆਤ ਕੀਤੀ ਸੀ ਇਸ ਪੈਕਟ ਦੀ USA, ਅਮਰੀਕਾ ਨੇ, ਆਪਸ਼ਨ ਏ ਇਹਦਾ ਰਾਈਟ ਆਨਸਰ ਹੈ। ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ 35 ਨੇਸ਼ਨ ਬੋਰਡ ਆਫ ਗਵਰਨਰ ਇੱਕ ਐਮਰਜੈਂਸੀ ਮੀਟਿੰਗ ਯੂਕਰੇਨ ਦੇ ਬਾਰੇ ਹੋਲਡ ਕਰਨ ਜਾ ਰਹੀ ਹੈ। ਹੈਡਕੁਆਰਟਰਸ ਕਿੱਥੇ ਨੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੇ? ਸੋ ਇਸ ਤਰ੍ਹਾਂ ਦੇ ਕਰੰਟ ਅਫੇਅਰ ਦੇ ਵਿੱਚੋਂ ਸਟੈਟਿਕ ਕੁਐਸਚਨ ਤੁਸੀਂ ਜ਼ਰੂਰ ਤਿਆਰ ਕਰਨੇ ਨੇ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਸੋ ਹੈਡਕੁਆਰਟਰਸ ਨੇ IAEA ਦੇ ਵੀਨਾ ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ for ਨਾਇਬ ਤਹਿਸੀਲਦਾਰ and all other upcoming exam. 31st question, ਵਰਲਡ ਦਾ ਸਭ ਤੋਂ ਵੱਡਾ ਕਾਰਗੋ 에ਅਰਕ੍ਰਾਫਟ ਐਂਟੋਨਵ AN-225 ਇਹਦਾ ਦੂਜਾ ਨਾਮ ਕੀ ਹੈ ਜਿਹਨੂੰ ਰੀਸੈਂਟਲੀ ਰਸ਼ੀਅਨ ਟਰੂਪਸ ਨੇ ਇੱਕ ਅਟੈਕ ਦੇ ਅੰਦਰ ਡਿਸਟਰੋਏ ਕੀਤਾ ਸੀ ਨੀਅਰ ਕੀਵ? ਸੋ ਇਹਦਾ ਦੂਜਾ ਨਾਮ ਹੈ ਮਰੀਆ, ਆਪਸ਼ਨ ਏ। ਅਵਾਦਾ ਐਨਰਜੀ ਡਿਲੀਵਰ ਕਰੂਗੀ ਬਿਹਾਰ ਦਾ ਪਹਿਲਾ ਫਲੋਟਿੰਗ ਸੋਲਰ ਪਾਵਰ ਪਲਾਂਟ ਕਿਹੜੀ ਡਿਸਟ੍ਰਿਕਟ ਵਿੱਚ? ਸੋ ਉਹ ਜ਼ਿਲ੍ਹਾ ਹੈ ਬਿਹਾਰ ਦਾ ਦਰਭੰਗਾ, ਆਪਸ਼ਨ ਸੀ। ਕਿਹੜੀ ਮਿਨਿਸਟਰੀ ਨੇ ਨੋਟੀਫਾਈ ਕੀਤਾ ਹੈ ਕਿ ਜਿਹੜੀ ਕੰਪਨਸੇਸ਼ਨ ਟੂ ਵਿਕਟਿਮ ਆਫ ਹਿੱਟ ਐਂਡ ਰਨ ਮੋਟਰ ਐਕਸੀਡੈਂਟ ਸਕੀਮ 2022 ਹੁਣ ਲਾਂਚ ਕੀਤੀ ਜਾਊਗੀ, ਦਿੱਤੀ ਜਾਊਗੀ ਆਫੀਸ਼ੀਅਲੀ? ਸੋ ਇਹ ਸਕੀਮ ਨੂੰ ਨੋਟੀਫਾਈ ਕੀਤਾ ਹੈ ਰੋਡ ਟਰਾਂਸਪੋਰਟ ਤੇ ਹਾਈਵੇ ਮਿਨਿਸਟਰੀ ਨੇ, ਆਪਸ਼ਨ ਏ ਇਹਦਾ ਸਹੀ ਉੱਤਰ ਹੈ। ਕਿਹੜੀ ਮਿਨਿਸਟਰੀ ਨੇ ਰੀਸੈਂਟਲੀ ਲਾਂਚ ਕੀਤਾ ਹੈ ਇੰਟਰਨੈਸ਼ਨਲ ਮੌਨਸੂਨ ਪ੍ਰੋਜੈਕਟ ਆਫਿਸ? ਸੋ ਦਿਸ ਹੈਜ਼ ਬੀਨ ਲਾਂਚਡ ਬਾਈ ਮਿਨਿਸਟਰੀ ਆਫ ਅਰਥ ਸਾਇੰਸ, ਆਪਸ਼ਨ ਏ। ਯੂਕਰੇਨ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਹੈ ਪ੍ਰੋਸੀਡਿੰਗ ਸਟਾਰਟ ਕਰਨ ਦੇ ਲਈ, ਇੱਕ ਤਰ੍ਹਾਂ ਨਾਲ ਕੇਸ ਫਾਈਲ ਕੀਤਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਰਸ਼ੀਆ ਦੇ ਖਿਲਾਫ। ਸੋ ਇਹ ਕੇਸ ਫਾਈਲ ਕੀਤਾ ਹੈ ICJ ਵਿੱਚ, ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਜ਼ੀਰੋ ਡਿਸਕ੍ਰਿਮੀਨੇਸ਼ਨ ਡੇ ਹਰ ਸਾਲ 1 ਮਾਰਚ ਨੂੰ ਆਬਜ਼ਰਵ ਕੀਤਾ ਜਾਂਦਾ ਹੈ। ਬਹੁਤ ਵਾਰੀ ਐਗਜ਼ਾਮ ਵਿੱਚ ਇਹ ਜਿਹੜਾ ਇੰਪੋਰਟੈਂਟ ਡੇ ਹੈ ਇਹਦਾ ਥੀਮ ਪੁੱਛਿਆ ਜਾਂਦਾ ਹੈ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਇਹਦਾ ਇਸ ਸਾਲ ਦਾ ਸਾਲ 2022 ਦਾ ਥੀਮ ਕੀ ਸੀ? ਸੋ ਇਹਦਾ ਥੀਮ ਸੀ ਆਪਸ਼ਨ ਸੀ ਰਿਮੂਵ ਲਾਜ਼ ਦੈਟ ਹਾਰਮ, ਕ੍ਰੀਏਟ ਲਾਜ਼ ਦੈਟ ਐਮਪਾਵਰ। ਨੇਮ ਦ ਸਟੇਟ ਵਿਚ ਸਟੂਡ ਫਰਸਟ, ਜਿਹੜੀ ਪਹਿਲੇ ਨੰਬਰ ਤੇ ਆਈ ਹੈ ਜਿਹਨੇ ਕਰਨਾਟਕਾ ਨੂੰ ਪਿੱਛੇ ਛੱਡਤਾ ਇਨ ਓਵਰਆਲ ਇੰਸਟਾਲਡ ਰਿਨਿਊਏਬਲ એનર્ਜੀ ਕਪੈਸਿਟੀ। ਸੋ ਉਹ ਸਟੇਟ ਹੈ ਆਪਸ਼ਨ ਡੀ ਤਮਿਲਨਾਡੂ। 46th ਸਿਵਲ ਅਕਾਊਂਟ ਡੇ ਆਬਜ਼ਰਵ ਕੀਤਾ ਜਾਂਦਾ ਹੈ ਬਾਈ ICAS ਕਿਸ ਦਿਨ? 2 ਮਾਰਚ ਨੂੰ। ICAS ਇੰਡੀਅਨ ਸਿਵਲ ਅਕਾਊਂਟ ਸਰਵਿਸ ਕਿਹੜੇ ਡਿਪਾਰਟਮੈਂਟ ਦੇ ਅੰਦਰ ਕੰਮ ਕਰਦੀ ਹੈ? ਇਹ ਸਟੈਟਿਕ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਇਹ ਕੰਮ ਕਰਦੀ ਹੈ ਐਕਸਪੈਂਡੀਚਰ ਡਿਪਾਰਟਮੈਂਟ ਦੇ ਅੰਦਰ, ਆਪਸ਼ਨ ਬੀ। IIT ਮਦਰਾਸ ਤੇ NI ਆਫ ਓਸ਼ਨ ਟੈਕਨੋਲੋਜੀ, ਨੈਸ਼ਨਲ ਇੰਸਟੀਟਿਊਸ਼ਨ ਆਫ ਓਸ਼ਨ ਟੈਕਨੋਲੋਜੀ, ਦੋਨਾਂ ਨੇ ਮਿਲ ਕੇ ਇੱਕ ਕਾਨਫਰੰਸ ਹੋਸਟ ਕੀਤੀ ਸੀ ਕਿੰਨਵੀਂ ਵਾਰੀ?
ਸੋ ਇਹਨਾਂ ਦੋਨਾਂ ਨੇ ਪਹਿਲੀ ਵਾਰੀ ਇਹ ਓਸ਼ੀਅਨਸ 2022 ਕਾਨਫਰੰਸ ਲਾਂਚ ਕੀਤੀ ਸੀ। 40th question, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ UGC ਨੇ ਕਿਹਨੂੰ ਅਪਾਇੰਟ ਕੀਤਾ ਹੈ? NAAC ਦਾ ਚੇਅਰਮੈਨ, ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕਾਉਂਸਿਲ। ਸੋ ਇਹਦੇ ਚੇਅਰਮੈਨ ਚੁਣੇ ਗਏ ਨੇ UGC ਦੇ ਦੁਆਰਾ ਪ੍ਰੋਫੈਸਰ ਭੂਸ਼ਣ ਪਤਵਰਧਨ, ਆਪਸ਼ਨ A। Which bank launched project Bangsakhi in Odisha to ease online bank account opening? So A bank है Bank of Maharashtra, option C is the right answer। World Civil Defence Day 1 ਮਾਰਚ ਨੂੰ ਮਨਾਇਆ ਜਾਂਦਾ ਕਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਦੁਆਰਾ? ਸੋ ਉਹ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਆਪਸ਼ਨ C ਇੰਟਰਨੈਸ਼ਨਲ ਸਿਵਲ ਡਿਫੈਂਸ ਆਰਗੇਨਾਈਜੇਸ਼ਨ। ਗੂਗਲ ਨੇ ਇੰਡੀਆ ਦੇ ਵਿੱਚ ਸਬਸਕ੍ਰਿਪਸ਼ਨ ਸਟਾਰਟ ਕੀਤੀ ਹੈ ਕਿਸ ਚੀਜ਼ ਦੀ? ਸੋ ਦੈਟ ਜਿਹੜੇ ਐਂਡਰੋਇਡ ਯੂਜ਼ਰ ਨੇ ਉਹਨਾਂ ਨੂੰ ਅਲੱਗ ਤੋਂ ਕੁਝ ਸਰਵਿਸਿਜ਼ ਦਿੱਤੀਆਂ ਜਾ ਸਕਣ। ਸੋ ਇਹ ਹੈ ਪਲੇ ਪਾਸ, ਆਪਸ਼ਨ A। ਕਿਹੜੀ ਮਿਨਿਸਟਰੀ ਆਰਗੇਨਾਈਜ਼ ਕਰੂਗੀ 1 ਹਫ਼ਤੇ ਤੱਕ ਚੱਲਣ ਵਾਲਾ ਲੰਬਾ ਜਨੌਸ਼ਤੀ ਦਿਵਸ 1 ਮਾਰਚ ਤੋਂ ਲੈ ਕੇ 7 ਮਾਰਚ 2022 ਤੱਕ? ਸੋ ਇਹ ਜਨ ਔਸ਼ਧੀ ਦਿਵਸ ਮਨਾਇਆ ਜਾਊਗਾ ਕੈਮੀਕਲ ਤੇ ਫਰਟੀਲਾਈਜ਼ਰ ਮਿਨਿਸਟਰੀ ਦੇ ਦੁਆਰਾ। ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਨੇ ਇਨੋਗਰੇਟ ਕੀਤਾ ਹੈ ਇੱਕ ਨਿਊਲੀ ਡਿਵੈਲਪਡ ਪ੍ਰੀਮਾਈਸ ਪ੍ਰੈਜ਼ੀਡੈਂਟਸ ਐਸਟੇਟ, ਜਿੱਥੇ ਉਹ ਪ੍ਰਮੋਟ ਕਰਨਗੇ ਆਯੁਰਵੈਦਿਕ ਪਲਾਂਟਸ ਨੂੰ ਤੇ ਉਹਨਾਂ ਦੇ ਬੈਨੀਫਿਟਸ ਲੋਕਾਂ ਤੱਕ ਪਹੁੰਚਾਉਣਗੇ। ਇਸ ਨਵੇਂ ਪ੍ਰੀਮਾਈਸ ਦਾ ਨਾਮ ਕੀ ਹੈ? ਇਹਦਾ ਨਾਮ ਹੈ ਅਰੋਗਿਆ ਵਾਨਮ, ਆਪਸ਼ਨ A। ਟਰਕੀ ਰੈਡੀ ਹੈ ਐਕਟੀਵੇਟ ਕਰਨ ਦੇ ਲਈ ਕਿਹੜੀ ਇੰਟਰਨੈਸ਼ਨਲ ਕਨਵੈਨਸ਼ਨ ਨੇਵਲ ਪੈਸੇਜ ਉੱਤੇ ਜਿਹੜੀ ਰਸ਼ੀਅਨ ਵਾਰਸ਼ਿਪਸ ਦੀ ਮੂਵਮੈਂਟ ਨੂੰ ਰੋਕੂਗੀ, ਰਿਸਟ੍ਰਿਕਟ ਕਰੂਗੀ? ਸੋ ਉਹ ਹੈ ਮੌਂਟ੍ਰੀਅਕਸ ਕਨਵੈਨਸ਼ਨ, ਆਪਸ਼ਨ D, ਵੈਰੀ ਇੰਪੋਰਟੈਂਟ ਫॉर ਅਪਕਮਿੰਗ ਐਗਜ਼ਾਮ। ਮਿਊਨਿਸਪਲ ਕਾਰਪੋਰੇਸ਼ਨ ਆਫ ਵਿਚ ਸਿਟੀ, ਕਿਹੜੀ ਸਿਟੀ ਦੀ ਮਿਊਨਿਸਪਲ ਕਾਰਪੋਰੇਸ਼ਨ ਨੇ ਅਪਰੂਵ ਕੀਤਾ ਹੈ ਕਿ ਉਹ ਆਰਟੀਕਲ 80 ਜੋ ਸੰਵਿਧਾਨ ਦਾ ਆਰਟੀਕਲ 80 ਹੈ ਉਹਦੇ ਵਿੱਚ ਅਮੈਂਡਮੈਂਟ ਕਰਨ ਦਾ ਪ੍ਰਪੋਜ਼ਲ ਅਪਰੂਵ ਕਰ ਰਹੀ ਹੈ? ਸੋ ਉਹ ਹੈ ਚੰਡੀਗੜ੍ਹ, ਆਪਸ਼ਨ C। ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿ ਆਰਟੀਕਲ 80 ਕਿਸ ਚੀਜ਼ ਨਾਲ ਡੀਲ ਕਰਦਾ ਹੈ। Next is which regulatory body is planning to launch a guaranteed return scheme ਜਿਹਦਾ ਨਾਮ ਹੈ Minimum Assured Return Scheme, MARS। ਸੋ MARS ਦੀ ਫੁੱਲ ਫਾਰਮ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਤੇ ਇਹ ਰੈਗੂਲੇਟਰੀ ਬਾਡੀ ਹੈ PFRDA, ਆਪਸ਼ਨ। ਨੈਕਸਟ ਇਜ਼ NSO ਨੇ ਸਾਲ 2021-22 ਦੇ ਲਈ ਭਾਰਤ ਦੀ GDP ਗ੍ਰੋਥ ਰੇਟ ਕਿੰਨੇ ਪ੍ਰਤੀਸ਼ਤ ਤੇ ਕਿੰਨੇ ਪਰਸੈਂਟ ਤੇ ਐਸਟੀਮੇਟ ਕੀਤੀ ਹੈ? ਸੋ ਉਹ ਪਰਸੈਂਟੇਜ ਹੈ 8.9, ਆਪਸ਼ਨ B। ਨੈਕਸਟ ਇਜ਼ ਜਿਹੜੀ ਮੀਗਾ ਹੈ ਮਲਟੀਲੇਟਰਲ ਇਨਵੈਸਟਮੈਂਟ ਗਰੰਟੀ ਏਜੰਸੀ, ਜਿਹੜੀ ਵਰਲਡ ਬੈਂਕ ਦਾ ਇੱਕ ਮੈਂਬਰ ਹੈ, ਉਹਦੇ ਆਪਰੇਸ਼ਨਸ ਦਾ ਜਿਹੜਾ ਅਲੱਗ ਤੋਂ ਡਿਪਾਰਟਮੈਂਟ ਹੈ ਉਹਦੇ ਵਾਈਸ ਪ੍ਰੈਜ਼ੀਡੈਂਟ ਕਿਹਨੂੰ ਨਿਯੁਕਤ ਕੀਤਾ ਗਿਆ? ਸੋ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਨੇ ਜੁਨੈਦ ਕਮਲ ਅਹਿਮਦ, ਆਪਸ਼ਨ B। ਅਸ਼ਨੀਰ ਗਰੋਵਰ ਨੇ ਰੀਸੈਂਟਲੀ ਇੱਕ ਇੰਡੀਅਨ ਫਿਨਟੈਕ ਕੰਪਨੀ ਦੇ ਡਾਇਰੈਕਟਰ ਤੇ MD ਦੇ ਤੌਰ ਤੇ ਰੈਜ਼ਿਗਨੇਸ਼ਨ ਦਿੱਤੀ ਹੈ, ਉਹ ਕਿਹੜੀ ਕੰਪਨੀ ਹੈ? ਸੋ ਉਹ ਹੈ ਭਾਰਤ ਪੇ, ਆਪਸ਼ਨ D। ਇਹ ਵੀ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ। ਨੈਕਸਟ ਇਜ਼ ਮਿਲੀਨੀਅਲ ਯੋਗੀ, ਅ ਮਾਡਰਨ ਡੇ ਪੈਰਾਬਲ ਅਬਾਊਟ ਰੀਕਲੇਮਿੰਗ ਵਨਸ ਲਾਈਫ। ਇਹ ਬੁੱਕ ਕਿਹਦੇ ਦੁਆਰਾ ਲਿਖੀ ਗਈ ਹੈ? ਹੂ ਇਜ਼ ਦ ਆਥਰ ਆਫ ਦਿਸ ਬੁੱਕ? ਸੋ ਇਹਦੇ ਆਥਰ ਹੈ ਆਪਸ਼ਨ B ਦੀਪਮ ਚੈਟਰਜੀ। Next is which team won its maiden Pro Kabaddi League season 8? So ਇਹਨੂੰ ਜਿੱਤਿਆ ਦਬੰਗ ਦਿੱਲੀ, ਆਪਸ਼ਨ D। ਨੈਕਸਟ ਇੱਕ ਦੁਬਾਰਾ ਤੋਂ ਬੁੱਕ ਤੇ ਉਹਦੇ ਆਥਰ ਬਾਰੇ ਹੈ। ਸੋ ਬੁੱਕ ਦਾ ਨਾਮ ਹੈ ਉਡਾਨ ਇੱਕ ਮਜ਼ਦੂਰ ਬੱਚੇ ਕੀ, ਜਿਹਨੂੰ ਰਿਲੀਜ਼ ਕੀਤਾ ਹੈ ਭਜਨ ਫੇਮ ਅਨੂਪ ਜਲੋਟਾ ਜੀ ਨੇ। ਇਸ ਬੁੱਕ ਨੂੰ ਆਥਰ ਕਿਹਨੇ ਕੀਤਾ? ਸੋ ਇਹਦੇ ਆਥਰ ਨੇ ਮਿਥਿਲੇਸ਼ ਤਿਵਾੜੀ, ਆਪਸ਼ਨ A। ਕਿਹੜੀ એનર્ਜੀ ਹੈ ਜਿਹਨੂੰ ਇੱਕ ਟਾਸਕ ਦਿੱਤਾ ਗਿਆ ਕਿ ਉਹ ਦੇਸ਼ ਦੇ ਲਈ ਭਾਰਤ ਦੇ ਲਈ ਨੈਸ਼ਨਲ ਜੈਂਡਰ ਇੰਡੈਕਸ ਡਿਵੈਲਪ ਕਰਨਗੇ? ਸੋ ਇਹ ਕੰਮ ਦਿੱਤਾ ਗਿਆ ਨੀਤੀ ਆਯੋਗ ਨੂੰ, ਆਪਸ਼ਨ A। ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਇੰਟਰਨੈਸ਼ਨਲ ਵਿਮਨ ਡੇ ਕਿਹੜੇ ਵੀਕ ਲਈ ਮਨਾਉਂਦੇ ਨੇ? ਸੋ ਇਹ ਜਿਹੜੀਆਂ ਡੇਟਸ ਨੇ ਉਹ ਹੈ 1 ਮਾਰਚ ਤੋਂ ਲੈ ਕੇ 8 ਮਾਰਚ ਤੇ ਇੰਟਰਨੈਸ਼ਨਲ ਵਿਮਨ ਡੇ ਹੁੰਦਾ 8 ਮਾਰਚ ਨੂੰ। ਕਿਹੜੀ ਕੰਟਰੀ 31ਵਾਂ ਸਾਊਥ ਈਸਟ ਏਸ਼ੀਅਨ ਗੇਮਸ ਹੋਸਟ ਕਰੂਗੀ? ਵੈਰੀ ਇੰਪੋਰਟੈਂਟ ਕੁਐਸਚਨ। ਸੋ ਇਹਨੂੰ ਹੋਸਟ ਕਰੂ ਵੀਅਤਨਾਮ, ਆਪਸ਼ਨ C। ਉਂਗਲਿਲ ਉਰੂਬਨ, ਵਨ ਅਮੰਗ ਯੂ, ਇਹ ਆਟੋਬਾਇਓਗ੍ਰਾਫੀ ਹੈ ਕਿਹੜੇ ਲੀਡਰ ਦੀ? ਸੋ ਇਹ ਹੈ ਆਤਮਕਥਾ MK ਸਟੈਲਿਨ, ਆਪਸ਼ਨ C, ਦ CM ਆਫ ਤਮਿਲਨਾਡੂ। ਤੇ ਇੱਕ ਹੋਰ ਇੰਪੋਰਟੈਂਟ ਫੈਕਟ, ਇਹਨਾਂ ਨੇ ਰੀਸੈਂਟਲੀ ਦਿੱਲੀ ਵਿਜ਼ਿਟ ਕੀਤਾ ਸੀ। ਸੋ ਦਿੱਲੀ ਆ ਕੇ ਉੱਥੇ ਉਦੋਂ ਦੀ ਐਡਮਿਨਿਸਟ੍ਰੇਸ਼ਨ ਦੇਖੀ ਸੀ, ਦਿੱਲੀ ਸਰਕਾਰ ਦੀ, ਉੱਥੋਂ ਦੇ ਸਕੂਲਸ ਨੂੰ ਵਿਜ਼ਿਟ ਕੀਤਾ। ਸੋ MK ਸਟੈਲਿਨ ਇਹਨਾਂ ਦੀ ਆਟੋਬਾਇਓਗ੍ਰਾਫੀ ਹੈ ਵਨ ਅਮੰਗ ਯੂ।
Which ministry has revised the deadline to geotag all Waqf properties across India? So this is Ministry of Minority Affairs. Swachh Bharat Mission Urban 2.0 is organized कर रहा है National Conclave on Social Enterprise Garbage Free Cities ਦੇ ਲਈ. So Garbage Free Cities ਦੇ ਲਈ ਕਿਹੜੀ state ਵਿੱਚ ਇਹ ਜਿਹੜਾ ਮਿਸ਼ਨ ਹੈ ਆਰਗੇਨਾਈਜ਼ ਕਰਵਾ ਰਿਹਾ ਸਟੇਟ ਉਸ ਜਗ੍ਹਾ ਨੂੰ ਉਸ ਸਟੇਟ ਨੂੰ ਬੇਸਿਕਲੀ ਕੂੜੇ ਤੋਂ ਗੰਦਗੀ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੇ ਲਈ ਲੋਕਾਂ ਦੇ ਅੰਦਰ ਜਾਗਰੂਕਤਾ ਪੈਦਾ ਕਰਨ ਦੇ ਲਈ ਸੋ ਇਹ ਨੈਸ਼ਨਲ ਕਨਕਲੇਵ ਕਰਵਾਇਆ ਜਾਊਗਾ ਕਿਹੜੀ ਸਟੇਟ ਗਵਰਨਮੈਂਟ ਦੇ ਨਾਲ ਮਿਲ ਕੇ ਸੋ ਇਹ ਹੈ ਛੱਤੀਸਗੜ੍ਹ ਦੀ ਸਰਕਾਰ ਆਪਸ਼ਨ ਡੀ According to Ministry of Statistics and Program Implementation, per capita net state domestic product at current price ਇਹਦੇ ਅਨੁਸਾਰ top ranked state ਕਿਹੜੀ ਹੈ ਭਾਰਤ ਦੀ ਸੋ ਉਹ ਹੈ ਤੇਲੰਗਾਨਾ option B and this is important current affair. Next is another important question exercise Vayu Shakti Indian Air Force ਨੇ 7 ਮਾਰਚ ਨੂੰ ਕਿਹੜੀ ਲੋਕੇਸ਼ਨ ਤੋਂ ਸਟਾਰਟ ਕੀਤੀ ਸੋ ਉਹ ਹੈ ਰਾਜਸਥਾਨ ਦੀ ਜੈਸਲਮੇਰ option B. India has attained which rank in billionaires population globally 2021 ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ billionaires ਇੰਡੀਆ ਦੇ ਵਿੱਚ ਕਿਹੜੀ ਰੈਂਕ ਤੇ ਆਏ ਨੇ ਸੋ ਉਹ ਹੈ ਇੰਡੀਆ ਵਿੱਚ ਤੀਜੇ ਨੰਬਰ ਤੇ ਥਰਡ ਰੈਂਕ ਆਇਆ ਇਸ ਰਿਪੋਰਟ ਦੇ ਵਿੱਚ ਇੰਡੀਆ ਦੇ ਵਿੱਚ ਤੀਜੇ ਨੰਬਰ ਤੇ ਸਭ ਤੋਂ ਜ਼ਿਆਦਾ ਮਾਤਰਾ ਦੇ billionaires ਪਾਏ ਜਾਂਦੇ ਨੇ who has become the first Indian to be awarded the Boltzmann medal so Boltzmann medal ਪਹਿਲੇ ਭਾਰਤੀ ਜਿਨ੍ਹਾਂ ਨੂੰ ਮਿਲਿਆ ਉਹਨੇ ਦੀਪਕ ਧਾਰ option B. 65th question recently launched Naan Mudhalwan ਇੱਕ ਸਕਿੱਲ ਡਿਵੈਲਪਮੈਂਟ ਸਕੀਮ ਹੈ ਬੱਚਿਆਂ ਦੇ ਲਈ ਕਿਹੜੀ ਸਟੇਟ ਦੀ ਸੋ ਇਹ ਹੈ ਤਮਿਲਨਾਡੂ ਦੀ option B. ਕਿਹੜੀ ਸਟੇਟ ਨੇ ਐਕਸਟੈਂਡ ਕਰਤਾ ਵਧਾਤਾ ਹੋਰ 6 ਮਹੀਨਿਆਂ ਦੇ ਲਈ ਇੱਕ ਐਕਟ ਸੋ ਉਹ ਐਕਟ ਹੈ ਆਰਮਡ ਫੋਰਸ ਸਪੈਸ਼ਲ ਪਾਵਰ ਐਕਟ 1958 ਤੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਰੰਟ ਅਫੇਅਰ ਹੈ ਸੋ ਇਹ ਸਟੇਟ ਹੈ ਅਸਾਮ ਕਿਹੜੀ ਸਪੇਸ ਏਜੰਸੀ ਨੇ ਲਾਂਚ ਕੀਤਾ ਹੈ ਗੋਸਟੀ ਸੈਟੇਲਾਈਟ ਜਿਹਦੇ ਵਿੱਚ ਉਹ ਕਿਤੇ ਵੀ ਜਦੋਂ ਖਰਾਬ ਮੌਸਮ ਹੋਇਆ ਕਰੂਗਾ ਹੈਜ਼ਾਰਡੀਅਸ ਵੈਦਰ ਹੋਇਆ ਕਰੂਗਾ ਉਹਨੂੰ ਟਰੈਕ ਕਰੂ ਸੈਟੇਲਾਈਟ ਸੋ ਇਹਨੂੰ ਲਾਂਚ ਕੀਤਾ ਹੈ ਨੈਸ਼ਨਲ ਐਰੋਨੌਟਿਕ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਨੇ ਯੂਨਾਈਟਿਡ ਨੇਸ਼ਨ ਸੈਲੀਬ੍ਰੇਟ ਕਰ ਰਹੀ ਹੈ ਵਰਲਡ ਵਾਈਲਡ ਲਾਈਫ ਡੇ ਕਿਹੜੀ ਡੇਟ ਨੂੰ ਐਨੂਅਲੀ ਹਰ ਸਾਲ ਜਿਹਦੇ ਅੰਦਰ ਵਾਈਲਡ ਫਲੋਰਾ ਤੇ ਫੌਨਾ ਬਾਰੇ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਭਰ ਵਿੱਚ ਅਲੱਗ-ਅਲੱਗ ਸਪੀਸੀਜ਼ ਬਾਰੇ ਇੱਕ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ ਟੂ ਕ੍ਰੀਏਟ ਅਵੇਅਰਨੈਸ ਅਬਾਊਟ ਦ ਵੇਰੀਅਸ ਸਪੀਸੀਜ਼ ਆਫ ਵਾਈਲਡ ਫਲੋਰਾ ਫੌਨਾ that inhabit the world. So 8th date है 3rd March. This is again very important for exam. 2 Indian women boxer जिन्होंने ने gold medal जितया किथे जितया 73rd Stanza Memorial Boxing Tournament एक केड़ी कंट्री विच होया सी ए होया सी बल्गारिया option B. T.S. Ramakrishnan has been named the new MD CEO of which mutual fund company so that is LIC Mutual Fund Life Insurance Corporation. Business Blaster Investment Summit and Expo to provide a bigger platform to young entrepreneurs. ਇਹ ਜਿਹੜਾ important summit ਹੈ ਕਿਹੜੀ state ਜਾਂ UT ਦਾ initiative ਹੈ ਸੋ ਇਹ ਹੈ ਦਿੱਲੀ ਦਾ option C. Indian shooter सौरभ चौधरी ने गोल्ड मेडल जितया 2022 इंटरनेशनल शूटिंग स्पोर्ट फेडरेशन वर्ल्ड कप विच केड़ी सिटी विच करवाया गया सी वर्ल्ड कप सो ए होया सी सायरो ऑप्शन ए. नेक्स्ट इज किने एक रिपोर्ट रिलीज कीती है केड़े सेंटर ने केड़ी ऑर्गेनाइजेशन ने जिदी रिपोर्ट दा टाइटल है हेड है हाउ इंडियंस व्यू जेंडर रोल इन फैमिली एंड सोसाइटी घरां दे विच सोसाइटी विच जेंडर रोल नू किवें भारतीय देखदे ने सो ਉਹ ਹੈ Pew Research Center ਦੇ ਦੁਆਰਾ ਰਿਪੋਰਟ ਆਪਸ਼ਨ ਡੀ. ਕਿਹੜੀ ਐਂਟੀਟੀ ਨੇ ਸਟਾਰਟ ਕੀਤਾ ਹੈ ਸਬਕਾ ਵਿਕਾਸ ਮਹਾਕੁਇਜ਼ ਸੀਰੀਜ਼ 1 ਮਾਰਚ 2022 ਨੂੰ ਗੁੱਡ ਗਵਰਨੈਂਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੋ ਉਹ ਹੈ ਮਾਈ ਗਵਰਨਮੈਂਟ ਆਪਸ਼ਨ ਏ. What is the theme of second edition of Roorkee Water Conclave ਜਿਹੜੀ IIT ਰੁੜਕੀ ਵਿੱਚ ਕਰਵਾਈ ਗਈ ਸੋ ਇਹਦਾ ਥੀਮ ਸੀ ਵਾਟਰ ਸਿਕਿਉਰਿਟੀ ਫॉर ਸਸਟੇਨੇਬਲ ਡਿਵੈਲਪਮੈਂਟ ਆਪਸ਼ਨ ਬੀ. ਕਿਹੜੇ ਇੰਡੀਅਨ ਜਰਨਲਿਸਟ ਨੇ ਇੱਕ ਬੁੱਕ ਲਿਖੀ ਹੈ ਜਿਹਦਾ ਨਾਮ ਹੈ ਟੂ ਹੈਲ ਐਂਡ ਬੈਕ ਵੈਰੀ ਇੰਪੋਰਟੈਂਟ ਫॉर ਆਲ ਐਗਜ਼ਾਮ ਸੋ ਇਹਦੇ ਆਥਰ ਹੈ ਬਰਖਾ ਦੱਤ. 175 ਕੰਟਰੀਜ਼ ਆਪਸ ਦੇ ਵਿੱਚ ਅਗਰੀ ਕੀਤਾ ਹੈ
ਉਹਨਾਂ ਨੇ ਸਹਿਮਤੀ ਦਿੱਤੀ ਹੈ ਕਿ ਉਹ ਲੀਗਲੀ ਬਾਈਂਡ ਕਰਨਗੇ ਇੱਕ ਗਲੋਬਲ ਟ੍ਰੀਟੀ ਨੂੰ ਜਿਹਦਾ ਨਾਮ ਹੈ ਗਲੋਬਲ ਪਲਾਸਟਿਕ ਟ੍ਰੀਟੀ। ਸੋ ਇਹ ਕਿਹੜੇ ਇੰਟਰਨੈਸ਼ਨਲ ਇੰਸਟੀਟਿਊਸ਼ਨ ਤੋਂ ਅਪਰੂਵਲ ਲਈ ਹੈ? ਸੋ ਉਹ ਹੈ UN ਐਨਵਾਇਰਨਮੈਂਟ ਅਸੈਂਬਲੀ। ਕਿਹੜੇ ਪੁਰਾਣੇ ਕ੍ਰਿਕਟ ਪਲੇਅਰ ਨੇ ਜਿਨ੍ਹਾਂ ਨੂੰ ਅਪਾਇੰਟ ਕੀਤਾ ਗਿਆ ਹੈ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ ਨਿਊ ਜਨਰਲ ਮੈਨੇਜਰ BCCI ਦੇ ਨਵੇਂ ਜਨਰਲ ਮੈਨੇਜਰ ਕੌਣ ਨਿਯੁਕਤ ਕੀਤੇ ਨੇ? ਵੈਰੀ ਇੰਪੋਰਟੈਂਟ। ਸੋ ਆਨਸਰ ਇਜ਼ ਆਪਸ਼ਨ B ਅਬੇ ਕੁਰੂਵਿਲਾ। ਕਿਹੜੀ ਇੰਡੀਅਨ ਸਿਟੀ ਨੇ 11.75 ਲੱਖ ਆਇਲ ਲੈਂਪਸ ਤੇਲ ਦੇ ਦੀਵੇ ਜਲਾਏ ਨੇ 10 ਮਿੰਟਾਂ ਦੇ ਅੰਦਰ ਗਿਨੀਜ਼ ਵਰਲਡ ਰਿਕਾਰਡ ਬੁੱਕ 'ਚ ਆਪਣੀ ਐਂਟਰੀ ਲਈ? ਸੋ ਉਹ ਹੈ ਉਜੈਨ ਆਪਸ਼ਨ C। What is the name of Tata Motors new mobile showroom on wheel rural customer ਦੇ ਲਈ? ਸੋ ਇਹਦਾ ਨਾਮ ਹੈ ਅਨੁਭਵ ਆਪਸ਼ਨ B। ਨਿਮਹੰਸ ਬੈਂਗਲੌਰ ਕਿਹਦੀ ਸਪੋਰਟ ਦੇ ਨਾਲ, ਕਿਹੜੀ ਮਿਨਿਸਟਰੀ ਦੀ ਸਪੋਰਟ ਦੇ ਨਾਲ ਇੱਕ ਨਵਾਂ ਪ੍ਰੋਜੈਕਟ ਲਾਂਚ ਕਰਨ ਜਾ ਰਿਹਾ ਹੈ? ਨਿਮਹੰਸ ਦੀ ਫੁੱਲ ਫਾਰਮ ਹੈ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸ। ਸੋ ਇਹ ਪ੍ਰੋਜੈਕਟ ਲਾਂਚ ਕੀਤਾ ਜਾਊਗਾ ਵਿਮਨ ਤੇ ਚਾਈਲਡ ਡਿਵੈਲਪਮੈਂਟ ਮਿਨਿਸਟਰੀ ਦੀ ਮਦਦ ਦੇ ਨਾਲ ਆਪਸ਼ਨ C। ਕਿਹੜੀ ਮਿਨਿਸਟਰੀ ਕਨਸਟੀਟਿਊਟ ਕਰ ਰਹੀ ਹੈ ਸਵਦੇਸ਼ ਦਰਸ਼ਨ ਅਵਾਰਡ ਅਲੱਗ-ਅਲੱਗ ਕੈਟਾਗਰੀਜ਼ ਦੇ ਲਈ? ਸੋ ਇਹ ਹੈ ਮਿਨਿਸਟਰੀ ਆਫ ਟੂਰਿਜ਼ਮ ਆਪਸ਼ਨ A। ਯੂਕਰੇਨ ਵਿੱਚ ਜਦੋਂ ਤੋਂ ਰਸ਼ੀਆ ਨੇ ਇਨਵੇਡ ਕੀਤਾ ਦਾਖਲ ਦਿੱਤਾ ਕਿਹੜੇ ਯੂਰੋਪੀਅਨ ਨੇਸ਼ਨ ਨੇ ਆਪਣੀ 200 ਸਾਲ ਪੁਰਾਣਾ ਟ੍ਰੈਡੀਸ਼ਨ ਸੀ ਜਿਹੜਾ ਨਿਊਟਰੈਲਿਟੀ ਪਾਲਿਸੀ ਦਾ ਐਂਡ ਸੈਂਕਸ਼ਨ ਰਸ਼ੀਅਨ ਲੀਡਰਸ ਦਾ ਉਹਨੂੰ ਸ਼ਿਫਟ ਕਰਤਾ? ਸੋ ਇਹ ਹੈ ਸਵਿਟਜ਼ਰਲੈਂਡ ਆਪਸ਼ਨ D। ਯੂਨੀਅਨ ਗਵਰਨਮੈਂਟ ਨੇ ਡਿਸਾਈਡ ਕੀਤਾ ਹੈ ਕਿ ਉਹ ਵਿਲੇਜ ਡਿਫੈਂਸ ਕਮੇਟੀ ਕਿਹੜੇ ਰੀਜਨ ਵਿੱਚ ਦੁਬਾਰਾ ਤੋਂ ਐਸਟੈਬਲਿਸ਼ ਕਰਨਗੇ? ਸੋ ਇਹਦੀ ਰੀਐਸਟੈਬਲਿਸ਼ਮੈਂਟ ਹੋਊ ਜੰਮੂ ਵਿੱਚ ਆਪਸ਼ਨ A। ਇੰਡੀਆ ਸਸਟੇਨੇਬਲ ਡਿਵੈਲਪਮੈਂਟ ਇੰਡੈਕਸ 2021 ਵਿੱਚ ਕਿਹੜੇ ਰੈਂਕ ਤੇ ਆਇਆ ਹੈ? This is one of the most important question ਜਿਹਨੂੰ ਤੁਸੀਂ ਬਿਲਕੁਲ ਵੀ ਮਿਸ ਨਹੀਂ ਕਰ ਸਕਦੇ। ਹਰ ਐਗਜ਼ਾਮ ਚ ਆਉਣ ਦੇ 100% ਚਾਂਸ ਨੇ ਇਹਦੇ। ਸੋ ਇੰਡੀਆ ਦਾ ਰੈਂਕ ਰਿਹਾ ਹੈ STI ਦੇ ਵਿੱਚ 120 ਆਪਸ਼ਨ B। ਹੈਰਾਤ ਔਰ ਨਾਈਟ ਆਫ ਹਾਰਾ ਸ਼ਿਵਾ ਰੀਸੈਂਟਲੀ ਕਿਹੜੀ ਸਟੇਟ UT ਵਿੱਚ ਸੈਲੀਬ੍ਰੇਟ ਕੀਤੀ ਗਈ ਹੈ? ਸੋ ਮੈਂ ਬਾਰ-ਬਾਰ ਕਹਿੰਦੀ ਹਾਂ ਜਿੰਨੇ ਵੀ ਕਰੰਟ ਅਫੇਅਰ ਵਿੱਚ ਇੰਪੋਰਟੈਂਟ ਫੈਸਟੀਵਲ ਹੁੰਦੇ ਨੇ ਜਾਂ ਕੋਈ ਵੀ ਹੋਰ ਇਵੈਂਟ ਇਹ ਤੁਸੀਂ ਜ਼ਰੂਰ ਤਿਆਰ ਕਰਨੇ ਨੇ ਜਿਹੜੇ ਰਿਲੀਜਨ ਦੇ ਨਾਲ ਰਿਲੇਟ ਕਰਦੇ ਨੇ। ਸੋ ਇਹ ਹੈ ਜੰਮੂ ਐਂਡ ਕਸ਼ਮੀਰ ਆਪਸ਼ਨ B। ਤੇ ਸਪੈਸ਼ਲੀ ਜਿਹੜੇ ਜਾਂ ਤਾਂ ਜੰਮੂ ਕਸ਼ਮੀਰ ਨਾਲ ਰਿਲੇਟਡ ਹੋਣ ਜਾਂ ਫਿਰ ਈਸਟ ਸਾਈਡ ਵਾਲੀਆਂ ਸਟੇਟਸ ਨਾਲ ਰਿਲੇਟਡ ਹੋਣ ਕਿਉਂਕਿ ਬਹੁਤ ਵਾਰੀ ਐਗਜ਼ਾਮ ਵਿੱਚ ਦੇਖਣ ਨੂੰ ਮਿਲਿਆ ਇੱਕ ਟ੍ਰੈਂਡ ਹੈ ਪਿਛਲੇ ਪ੍ਰੀਵੀਅਸ ਈਅਰ ਦਾ ਕਿ ਇਸੇ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ ਕਰੰਟ ਅਫੇਅਰ ਵਿੱਚੋਂ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਰੰਟ ਅਫੇਅਰ ਵਿੱਚੋਂ ਜ਼ਿਆਦਾ ਇੰਪੋਰਟੈਂਟ ਰੱਖ ਕੇ ਕਿਹੜੇ ਟੌਪਿਕਸ ਤਿਆਰ ਕਰਕੇ ਜਾਣੇ ਨੇ। ਨੈਕਸਟ ਹੈ ਨੈਸ਼ਨਲ ਸੇਫਟੀ ਡੇ 2022 ਕਿਹੜੀ ਤਰੀਕ ਨੂੰ ਅਬਜ਼ਰਵ ਕੀਤਾ ਜਾਂਦਾ ਹੈ ਜਿਸ ਦਿਨ ਨੈਸ਼ਨਲ ਸੇਫਟੀ ਕਾਉਂਸਲ ਦੀ ਫਾਊਂਡੇਸ਼ਨ ਰੱਖੀ ਗਈ ਸੀ? ਸੋ ਉਹ ਡੇਟ ਹੈ 4 ਮਾਰਚ। 19ਵਾਂ ਐਡੀਸ਼ਨ ਕਰਵਾਇਆ ਗਿਆ ਇੱਕ ਮੀਟਿੰਗ ਹੋਈ ਹੈ ਇੰਡੀਆ US ਮਿਲਟਰੀ ਕੋਆਪਰੇਸ਼ਨ ਗਰੁੱਪ ਦੀ ਕਿਹੜੀ ਸਿਟੀ ਵਿੱਚ? ਸੋ 19th ਐਡੀਸ਼ਨ ਦੀ ਮੀਟਿੰਗ ਹੋਈ ਹੈ MCG ਦੀ ਆਗਰਾ ਵਿੱਚ ਇੰਡੀਆ ਆਪਸ਼ਨ A। ਕਿਹੜੀ ਪੈਟਰੋਲੀਅਮ ਕੰਪਨੀ ਨੇ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਅਗਰੀਮੈਂਟ ਸਾਈਨ ਕੀਤਾ ਹੈ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਦੇ ਨਾਲ ਤੇ ਇਹਦਾ ਟਾਰਗੇਟ ਹੈ ਟੂ ਅਚੀਵ ਗ੍ਰੀਨ ਐਨਰਜੀ ਟਾਰਗੇਟ? ਸੋ ਇਹ ਹੈ ਹਿੰਦੁਸਤਾਨ ਪੈਟਰੋਲੀਅਮ ਆਪਸ਼ਨ C। US ਬੇਸਡ ਸਨਮੀਨਾ ਗਰੁੱਪ ਨੇ ਇੱਕ ਜੁਆਇੰਟ ਵੈਂਚਰ ਫਾਰਮ ਕੀਤਾ ਹੈ ਕਿਹੜੀ ਇੰਡੀਅਨ ਕੰਪਨੀ ਦੇ ਨਾਲ ਮਿਲ ਕੇ ਇਲੈਕਟ੍ਰੋਨਿਕ ਮੈਨੂਫੈਕਚਰਿੰਗ ਹੱਬ ਸਟਾਰਟ ਕਰਨ ਦੇ ਲਈ ਚੇਨਈ ਵਿੱਚ? ਸੋ ਇਹ ਹੈ ਰਿਲਾਇੰਸ ਇੰਡਸਟਰੀ ਆਪਸ਼ਨ A। ਸਾਇੰਸ ਐਂਡ ਟੈਕਨੋਲੋਜੀ ਦੇ ਡਿਪਾਰਟਮੈਂਟ ਨੇ ਕੋਲੈਬੋਰੇਟ ਕੀਤਾ ਹੈ ਇੱਕ ਕੰਪਨੀ ਦੇ ਨਾਲ ਸੋ ਦੈਟ ਇੰਡੀਆ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਹੋਰ ਜ਼ਿਆਦਾ ਇੰਪਰੂਵ ਕੀਤਾ ਜਾ ਸਕੇ? ਸੋ ਇਹ ਕੰਪਨੀ ਹੈ ਇੰਟੈਲ ਇੰਡੀਆ ਆਪਸ਼ਨ A। ਕਿਹੜੀ ਇੰਟਰਨੈਸ਼ਨਲ 에ਅਰਲਾਈਨ ਨੇ ਅਨਾਉਂਸ ਕੀਤਾ ਹੈ ਕਿ ਉਹ 2023 ਤੋਂ ਸੋਲਰ ਐਵੀਏਸ਼ਨ ਫਿਊਲ ਯੂਜ਼ ਕਰਨਗੇ ਤੇ ਦੁਨੀਆ ਦੀ ਇਹ ਸੋਲਰ ਐਵੀਏਸ਼ਨ ਫਿਊਲ ਯੂਜ਼ ਕਰਨ ਵਾਲੀ ਪਹਿਲੀ 에ਅਰਲਾਈਨ ਬਣੂਗੀ? ਸੋ ਇਹ ਹੈ ਸਵਿਸ 에ਅਰਲਾਈਨ ਆਪਸ਼ਨ C। ਵੈਰੀ ਇੰਪੋਰਟੈਂਟ ਫॉर ਐਗਜ਼ਾਮ। ਇੰਡੀਆ ਰੀਸੈਂਟਲੀ ਪਿੱਛੇ ਹਟ ਗਿਆ UN ਹਿਊਮਨ ਰਾਈਟ ਕਾਉਂਸਲ ਜਦੋਂ ਰਸ਼ੀਆ ਯੂਕਰੇਨ ਦਾ ਕਨਫਲਿਕਟ ਸੀ ਉੱਥੇ VOTING ਕਰਵਾਈ ਗਈ ਸੀ ਉੱਥੇ ਇੰਡੀਆ ਨੇ ਵੋਟ ਨਹੀਂ ਪਾਈ ਇੰਡੀਆ ਐਬਸਟੇਨ ਫਰੋਮ ਦ VOTING। ਕੁਐਸਚਨ ਹੈ ਕਿ ਇਹਦੇ ਹੈੱਡਕੁਆਰਟਰਸ ਕਿਹੜੀ ਸਿਟੀ ਵਿੱਚ ਨੇ? UNHRC ਦੇ ਵੈਰੀ ਇੰਪੋਰਟੈਂਟ ਹੈੱਡਕੁਆਰਟਰਸ ਨੇ ਜਨੀਵਾ ਆਪਸ਼ਨ C। ਗਲਾਈਕੋਸਪਿਸ ਐਲਬੀਕਾਪਾ ਇੱਕ ਬੈਰੀ ਦੀ ਸਪੀਸ ਹੈ ਜਿਹਨੂੰ ਰੀਸੈਂਟਲੀ ਸਾਇੰਟਿਸਟ ਨੇ
डिस्कवर किया है बोटैनिकल सर्वे ऑफ इंडिया फ्रॉम विच वाइल्ड लाइफ सेंचुरी इन तमिलनाडु। सो तमिलनाडु दी कन्याकुमारी वाइल्ड लाइफ सेंचुरी विचों ए बैरी स्पीसीज मिली है, ऑप्शन ए। रीसेंटली केड़ा इवेंट ऑर्गेनाइज करवाया गया मिनिस्ट्री ऑफ कल्चर, जल शक्ति, हाउसिंग एंड अर्बन अफेयर तिन्ना दे द्वारा मिल के ते नाल इन्हां ने मदद लई सुलभ इंटरनेशनल दी ते इहदे अंदर क्लैनलीनेस स्वच्छता बारे लोकां नूं जागरूक किया गया। स्वच्छ ग्रह इहदा नाम है इस इवेंट दा, ऑप्शन ए। अनदर इंपॉर्टेंट क्वेश्चन, विद्या बालन केड़ी लाइफ इंश्योरेंस कंपनी दी ब्रांड अंबैसडर चुनी गई है? सो वो है भारती AXA लाइफ इंश्योरेंस। Who has been appointed as new CEO of Jet Airways? संजीव कपूर। Important question. Recently India ने साइन किया है होस्ट कंट्री अग्रीमेंट केड़े इंटरनेशनल ऑर्गेनाइजेशन दे नाल? सो वो है ITU इंटरनेशनल टेलीकम्युनिकेशन यूनियन। न्यू कमांडिंग इन चीफ वेस्टर्न कमांड ऑफ IAF दे कमांडिंग इन चीफ किनू नियुक्त किया गया नवें? सो ओने श्री कुमार प्रभाकरन, ऑप्शन डी। 100 क्वेश्चन, केड़ी एजेंसी है जिन्हें रीसेंटली थर्ड एडिशन टेक कॉन्क्लेव 2022 का ऑर्गेनाइज किया, जिन्हों इनॉग्रेट किया सी कम्युनिकेशन ते IT मिनिस्टर। सो मिनिस्टर का नाम भी इंपॉर्टेंट है, अश्विनी वैष्णव ने। सो ए है एजेंसी NIC नेशनल इंफॉर्मेटिक्स सेंटर। मूविंग फर्दर, ICC विमेन क्रिकेट कप वर्ल्ड कप 2022 केड़ी कंट्री विच शुरू होया? सो इहदी स्टार्ट हुई न्यूजीलैंड, ऑप्शन बी। वर्ल्ड ओबेसिटी डे 2022 दा जो 4 मार्च ਨੂੰ ऑब्जर्व ਕੀਤਾ ਜਾਂਦਾ ਹੈ, थीम की सी? Another important question, everybody needs to act, ऑप्शन बी। जनरल SF रॉडरिच जिन्हां ਦੀ रीसेंटली डेथ हुई ਕਿਹੜੀ ਕੰਟਰੀ ਦੇ ਪੁਰਾਣੇ ਆਰਮੀ ਚੀਫ ਸੀ? ਸੋ ए सी इंडिया ਦੇ, ऑप्शन डी। Northern river terrapins in Indian Sundarban have been installed with GPS transmitter। सो उत्थे GPS transmitter लगाए गए ने इन्हां उत्ते। ਜਿਹੜੇ ਇਹ ਨਰਦਰਨ ਰਿਵਰ ਟੈਰਾਪਿਨਸ ਨੇ ਇਹਨਾਂ ਦੀ ਸਪੀਸੀਜ਼ ਕੀ ਹੈ, ਕੀ ਚੀਜ਼ ਨੇ? ਸੋ ਇਹ ਨੇ ਟਰਟਲਸ, ਆਪਸ਼ਨ ਬੀ। what is the name of Europe's largest nuclear power plant ਜਿਹੜਾ ਰੀਸੈਂਟਲੀ ਰਸ਼ੀਅਨ ਸ਼ੈਲਿੰਗ ਦੇ ਅੰਦਰ ਡੈਮੇਜ ਹੋ ਗਿਆ? ਸੋ ਉਹ ਹੈ ਜ਼ੈਫੋਰਿਜ਼ੀਆ nuclear power plant, option D। which is the implementing ministry of recently approved modernization plan for ਕਿਹਦੇ ਲਈ ਹੈ ਪਲਾਨ? CAPF ਦੇ ਲਈ। ਸੋ ਇਹ ਦੀ ਇੰਪਲੀਮੈਂਟਿੰਗ ਮਿਨਿਸਟਰੀ ਹੈ ਜਿਹੜੀ ਇਸ ਪਲਾਨ ਨੂੰ ਮਾਡਰਨਾਈਜੇਸ਼ਨ ਪਲਾਨ 4 ਨੂੰ ਲਾਗੂ ਕਰਵਾਉਗੀ ਤੇ ਜਿਹਨੇ ਅਪਰੂਵ ਕੀਤਾ ਹੈ ਉਹ ਹੈ ਮਿਨਿਸਟਰੀ ਆਫ ਹੋਮ ਅਫੇਅਰ, ਆਪਸ਼ਨ A। According to Mercom India research, how much gigawatt solar capacity has India added? ਸਾਲ 2021 ਦੇ ਅੰਦਰ ਇੰਡੀਆ ਨੇ 10 ਗੀਗਾਵਾਟ ਦੀ ਸੋਲਰ ਕਪੈਸਿਟੀ ਇੰਡੀਆ ਦੇ ਅੰਦਰ ਇਨਕਲੂਡ ਕੀਤੀ ਹੈ। The Queen of Indian Pop is the English translation of biography of which female Indian pop singer? This is again very important question. So, O female singer ne Usha Uthup, option B। Union Minister for Fishery, Animal Husbandry, Dairy परशोत्तम रूपाला ने लॉन्च किया एक इनिशिएटिव केड़ी स्टेट विचों? सो ए स्टेट है गुजरात जिथों इनिशिएटिव स्टार्ट किया गया, लॉन्च किया गया। संभव ते स्वलंबन launched by Union Ministry of State for Micro, Small, Medium Enterprise MSMEs केड़े इशू नू ए इनिशिएटिव जेड़े दो संभव ते स्वलंबन ने एड्रेस करदे ने? सो ए प्लास्टिक वेस्ट इशू नू एड्रेस करदे ने, ऑप्शन सी इहदा राइट आंसर है। केड़ी मिडल ईस्टर्न नेशन ने रीसेंटली FATF ग्रे लिस्ट विच जगह लई है? सो यह मिडल ईस्टर्न कंट्री जिन्हों पाया गया FA ग्रेड लिस्ट दे विच, सो वो है UAE। बेसिकली टैररिस्ट फंडिंग दे नाल रिलेटेड यह FATF ग्रेड लिस्ट हुंदी है। सो इहदे विच मिडल ईस्टर्न नेशन जिन्हों रीसेंटली ऐड किया है जिहदी जगह आई है वो है UAE एंड दिस इज वेरी वेरी इंपॉर्टेंट क्वेश्चन। Who has authored a newly launched book titled The Kashmir That Was? So लिखा है अवंती सपोरे, ऑप्शन बी। कलियत्तम फेस्टिवल केड़ी भारत दी स्टेट विच स्टार्ट होया जेड़ा रिचुअल डांस अग्नि कंदकरनम थयम नु भी फीचर करूगा? सो वो है केरला, ऑप्शन डी। स्टडी इन इंडिया मीट 2022 केड़ी सिटी विच इनॉग्रेट होया? So this was inaugurated in Bangladesh. The city है ढाका, ऑप्शन बी।
नासा ने स्टार्ट की है असेंबली ऑफ यूरोपा क्लिपर स्पेसक्राफ्ट टू स्टडी किस चीज़ की पढ़ाई लई, जुपिटर के मून की पढ़ाई लई। ਜਿਹੜਾ ਇਹ ਪ੍ਰੋਜੈਕਟ ਟਾਰਗੇਟ ਹੈ ਕਦੋਂ ਲਾਂਚ ਕੀਤਾ ਜਾਊਗਾ, when is the project targeted to be launched, so this will be launched in the year 2024 option C। ਕਿਹੜੀ ਸਿਟੀ ਹੋਸਟ ਕਰੂਗੀ ਐਨੂਅਲ ਕੈਮਲ ਫੈਸਟੀਵਲ 2022 ਜਿਹਦਾ ਸ਼ਡਿਊਲ ਹੈ 6 ਮਾਰਚ ਤੋਂ ਲੈ ਕੇ 8 ਮਾਰਚ ਤੱਕ, ਸੋ ਉਹ ਹੈ ਬੀਕਾਨੇਰ ਰਾਜਸਥਾਨ option D। To which country Union Pay card payment network belongs, which Russia will use after being boycotted by Visa Mastercard? So a Union Pay ਜਿਹੜਾ ਹੁਣ ਰਸ਼ੀਆ ਯੂਜ਼ ਕਰੂਗੀ ਕਿਉਂਕਿ ਰਸ਼ੀਆ ਵਿੱਚ ਯੂਕਰੇਨ ਦੇ ਇਸ਼ੂ ਨੂੰ ਚੱਲਦੇ ਹੋਏ ਵੀਜ਼ਾ ਤੇ ਮਾਸਟਰਕਾਰਡ ਪੇਮੈਂਟਸ ਬੰਦ ਕਰਤੀਆਂ, ਸੋ ਯੂਨੀਅਨ ਪੇ ਕਾਰਡ ਪੇਮੈਂਟ ਹੈ ਚਾਈਨਾ ਦੀ ਆਪਸ਼ਨ ਬੀ। ਕਿਹੜਾ ਯੂਰੋਪੀਅਨ ਨੇਸ਼ਨ ਹੈ ਜਿਹਨੇ ਅਨਾਉਂਸ ਕੀਤਾ ਹੈ ਕਿ ਉਹ ਯੂਕਰੇਨ ਤੋਂ ਆਉਣ ਵਾਲੇ ਬਿਨਾਂ ਇਹ ਦੇਖੇ ਕਿ ਉਹ ਕਿਹੜੀ ਨੈਸ਼ਨੈਲਿਟੀ ਤੋਂ ਬਿਲੋਂਗ ਕਰਦੇ ਨੇ ਜਿੰਨੇ ਵੀ ਰਿਫਿਊਜੀਜ਼ ਹੋਣਗੇ ਉਹਨਾਂ ਨੂੰ ਸ਼ਰਨ ਦੇਣਗੇ, ਐਕਸੈਪਟ ਕਰਨਗੇ, ਸੋ ਉਹ ਦੇਸ਼ ਹੈ ਜਰਮਨੀ ਆਪਸ਼ਨ ਡੀ। ਕਿਹੜੀ ਕੰਪਨੀ ਨੇ ਐਸੋਕੈਮ ਅਵਾਰਡ ਜਿੱਤਿਆ ਸਸਟੇਨੇਬਿਲਿਟੀ ਐਕਸੀਲੈਂਸ ਦੇ ਲਈ એનર્ਜੀ ਮੈਨੇਜਮੈਂਟ ਵਿੱਚ। ਇਹ ਕੁਐਸਚਨ ਵੀ ਕਾਫੀ ਵਾਰੀ ਐਗਜ਼ਾਮ ਵਿੱਚ ਆਉਂਦਾ, ਸੋ ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ। ਸੋ ਜੇਤੂ ਰਹੀ ਹੈ ਕੰਟਰੋਲ ਐਸ ਆਪਸ਼ਨ ਏ। Next is 120th question. What is the name of India's first indigenous flying trainer? जिन्होंने recently complete किया है sea level trial, so वो है Hansa NG option A। Which recently inaugurated metro पहला project है देश दा जिदे विच aluminium body coaches होंगे, so ये है पुणे metro option B। Which public sector bank has named former Ujjivan Small Finance Bank CEO Nitin Chugh as Deputy Managing Director, so वो है SBI option B। पहली महिला क्रिकेटर जेडी 6 वर्ल्ड कप खेलूगी, which will appear in 6 वर्ल्ड कप, so वो कौन होंगे, so वो है इंडियन क्रिकेटर मिथाली राज option C। What is the theme of 4th जन औषधि दिवस celebrated on 7th March? So ਇਹਦਾ theme ਰਹੂਗਾ जन औषधि जन उपयोगी, very important for exam। The study titled Democracy Report 2022 Autocratization Changing Nature ਕਿਹੜੀ organization ਦੇ ਦੁਆਰਾ ਕਿਹੜੇ institute ਦੁਆਰਾ ਰਿਲੀਜ਼ ਕੀਤੀ ਗਈ ਹੈ? Another important question। So ਇਸ ਰਿਪੋਰਟ ਨੂੰ ਰਿਲੀਜ਼ ਕੀਤਾ ਹੈ VTEM Institute ਨੇ option C। Reliance Industries Limited ਨੇ ਅਨਾਉਂਸ ਕੀਤੀ ਹੈ opening of country's largest and most prestigious multifaceted definition Geo World Center ਕਿਹੜੇ ਸਿਟੀ ਵਿੱਚ? ਸੋ ਇਹ ਸਿਟੀ ਹੈ ਮੁੰਬਈ ਆਪਸ਼ਨ ਸੀ। ਕਿਹੜੀ ਸਟੇਟ ਜਾਂ ਯੂਟੀ ਨੇ ਰੀਸੈਂਟਲੀ ਇਨੋਗਰੇਟ ਕੀਤੀ ਹੈ ਟੀਚਰ ਯੂਨੀਵਰਸਿਟੀ ਟੂ ਪ੍ਰਿਪੇਅਰ ਵੈਲ ਟ੍ਰੇਨਡ ਟੀਚਰ, ਸੋ ਉਹ ਹੈ ਦਿੱਲੀ ਆਪਸ਼ਨ ਬੀ। ਕਿਹੜੀ ਆਰਗੇਨਾਈਜੇਸ਼ਨ ਨੇ ਡਿਵੈਲਪ ਕੀਤਾ ਹੈ ਮੋਨੋਲਿਥਿਕ ਮਾਈਕ੍ਰੋਵੇਵ ਇੰਟੀਗ੍ਰੇਟਡ ਸਰਕਟ which were used in radar imaging satellite module of EOS-04, so ਇਹਨੂੰ ਡਿਵੈਲਪ ਕਰਨ ਵਾਲੀ ਆਰਗੇਨਾਈਜੇਸ਼ਨ ਹੈ DRDO option C, very important। ਸੈਂਟਰ ਨੇ ਅਪਾਇੰਟ ਕੀਤੇ ਹੈ ਚੀਫ ਜਸਟਿਸ DN ਪਟੇਲ ਦਿੱਲੀ ਹਾਈ ਕੋਰਟ ਦੇ ਨੈਕਸਟ ਚੇਅਰਪਰਸਨ ਕਿਹੜੇ ਟ੍ਰਾਈਬਿਊਨਲ ਦੇ? ਸੋ ਇਹ ਚੇਅਰਪਰਸਨ ਹੋਣਗੇ ਟੈਲੀਕਾਮ ਡਿਸਪਿਊਟ ਸੈਟਲਮੈਂਟ ਐਂਡ ਐਪੀਲੇਟ ਟ੍ਰਾਈਬਿਊਨਲ ਆਪਸ਼ਨ ਡੀ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਪਾਰਟਨਰਸ਼ਿਪ ਕੀਤੀ ਹੈ ਇੱਕ ਬੈਂਕ ਦੇ ਨਾਲ ਫॉर co-branded credit card, so ਇਹ ਬੈਂਕ ਹੈ ਕੋਟਕ ਮਹਿੰਦਰਾ option A। ਰਿਜ਼ਰਵ ਬੈਂਕ ਆਫ ਇੰਡੀਆ ਨੂੰ ਐਗਜ਼ੈਂਪਟ ਕੀਤਾ ਗਿਆ ਕਿਹੜੀ ਬੈਂਕ ਦੀ ਕੈਟਾਗਰੀ ਵਿੱਚੋਂ for investment in umbrella organization from non-SLR holding limit, so ਉਹ ਹੈ ਅਰਬਨ ਕੋਆਪਰੇਟਿਵ ਬੈਂਕ। ਸੋ RBI ਨੇ ਐਗਜ਼ੈਂਪਟ ਕੀਤਾ ਬਾਹਰ ਕੱਢਿਆ ਜਿੰਨੇ ਵੀ ਅਰਬਨ ਕੋਆਪਰੇਟਿਵ ਬੈਂਕ ਨੇ ਇਸ ਅੰਬ੍ਰੇਲਾ ਆਰਗੇਨਾਈਜੇਸ਼ਨ ਦੇ ਵਿੱਚ ਇਨਵੈਸਟਮੈਂਟ ਕਰਨ ਲਈ। The 9th edition of India-Sri Lanka bilateral maritime exercise SLINEX ਕਿਹੜੇ ਸ਼ਹਿਰ ਵਿੱਚ ਸਟਾਰਟ ਹੋਈ ਹੈ? ਕੋਸਟਲ ਸਿਟੀ ਵਿੱਚ ਸਟਾਰਟ ਹੋਈ ਹੈ, ਸੋ ਉਹ ਹੈ ਵਿਸ਼ਾਖਾਪਟਨਮ option D। This is again one of the most important and repetitive question। ਕਿਹੜੀ ਮਿਨਿਸਟਰੀ ਏਜੰਸੀ ਨੇ ਲਾਂਚ ਕੀਤਾ ਹੈ ਸਮਰਥ ਜਿਹਦਾ ਏਮ ਹੈ ਵਿਮਨ ਐਂਟਰਪ੍ਰੀਨਿਓਰਸ਼ਿਪ ਨੂੰ ਪ੍ਰਮੋਟ ਕਰਨਾ, ਸੋ ਇਹ ਮਿਨਿਸਟਰੀ ਹੈ MSME ਦੀ ਮਾਈਕਰੋ ਸਮਾਲ ਤੇ ਮੀਡੀਅਮ ਐਂਟਰਪ੍ਰਾਈਜ਼। ਇੰਟਰਨੈਸ਼ਨਲ ਵਿਮਨ ਡੇ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ, ਇਹਦੇ ਵਿੱਚ ਵਿਮਨ ਦੇ ਰਾਈਟਸ ਨੂੰ ਐਨਕਰੇਜ ਕੀਤਾ ਜਾਂਦਾ ਹੈ। ਇਸ ਸਾਲ ਦਾ ਥੀਮ ਕੀ ਸੀ? very important question which you cannot miss। ਸੋ ਇਹਦਾ ਥੀਮ ਸੀ ਜੈਂਡਰ ਇਕੁਐਲਿਟੀ ਟੁਡੇ ਫॉर ਅ ਸਸਟੇਨੇਬਲ ਟੁਮਾਰੋ, ਆਪਸ਼ਨ B ਇਹਦਾ ਰਾਈਟ ਆਨਸਰ ਹੈ।
135th क्वेश्चन केड़ी मिनिस्ट्री ने लॉन्च किया है डोनेट अ पेंशन कैंपेन अंडर प्रधानमंत्री श्रम योगी मान धन स्कीम। सो ओ है मिनिस्ट्री ऑफ लेबर एंड एम्प्लॉयमेंट ऑप्शन सी। 136th question which has become the ninth Indian state CBI consent चों withdraw CBI consent ਨੂੰ withdraw ਕਰਨ ਵਾਲੀ ਵਾਪਿਸ ਲੈਣ ਵਾਲੀ ਉਹਦੇ ਚੋਂ ਬਾਹਰ ਨਿਕਲਣ ਵਾਲੀ ਨੌਵੀਂ ਭਾਰਤੀ ਸਟੇਟ ਕਿਹੜੀ ਬਣੀ ਹੈ। ਸੋ ਉਹ ਹੈ ਮੇਘਾਲਿਆ ਆਪਸ਼ਨ ਸੀ। Next is Priyanka Nutakki become 23rd Women Grandmaster of India। ਕਿਹੜੀ ਸਪੋਰਟ ਨਾਲ ਰਿਲੇਟਡ ਹੈ। ਸੋ ਜਿਹੜਾ ਗ੍ਰੈਂਡ ਮਾਸਟਰ ਦਾ ਟਾਈਟਲ ਹੈ ਇਹ ਹੈ ਚੈਸ ਲਈ। ਸੋ ਆਪਸ਼ਨ ਬੀ ਇਜ਼ ਦ ਰਾਈਟ ਆਨਸਰ। ਕਿਹੜੇ ਇੰਸਟੀਟਿਊਸ਼ਨ ਨੇ ਇੱਕ ਪ੍ਰੋਗਰਾਮ ਲਾਂਚ ਕੀਤਾ ਹੈ PSU ਬੈਂਕ ਬੋਰਡ ਦੀ ਕੁਆਲਿਟੀ ਨੂੰ ਇੰਪਰੂਵ ਕਰਨ ਦੇ ਲਈ। ਸੋ ਇਹ ਇੰਸਟੀਟਿਊਸ਼ਨ ਹੈ ਬੈਂਕ ਬੋਰਡ ਬਿਊਰੋ ਆਪਸ਼ਨ ਬੀ। ਪ੍ਰਾਸਰ ਭਾਰਤੀ ਨੇ ਸਾਈਨ ਕੀਤਾ ਹੈ ਇੱਕ ਅਗਰੀਮੈਂਟ ਕਿਹੜੀ ਓਵਰ ਦ ਟਾਪ OTT ਪਲੇਟਫਾਰਮ ਦੇ ਨਾਲ ਟੂ ਐਕਸਪੈਂਡ ਦ ਰੀਚ ਆਫ DD ਇੰਡੀਆ ਚੈਨਲ। ਸੋ ਦੂਰਦਰਸ਼ਨ ਜਿਹੜਾ DD ਇੰਡੀਆ ਚੈਨਲ ਹੈ ਉਹਦੀ ਰੀਚ ਨੂੰ ਵਧਾਉਣ ਦੇ ਲਈ ਜਿਹੜਾ OTT ਪਲੇਟਫਾਰਮ ਪ੍ਰਾਸਰ ਭਾਰਤੀ ਦੇ ਨਾਲ ਮਿਲ ਕੇ ਕੰਮ ਕਰੂ ਉਹ ਹੈ ਯਪ TV ਆਪਸ਼ਨ ਸੀ। ਗਵਰਨਮੈਂਟ ਆਫ ਇੰਡੀਆ ਨੇ ਐਕਸਟੈਂਡ ਕੀਤਾ ਹੈ ਸੁਤੰਤਰ ਸੈਨਿਕ सम्मान योजना ਤੇ ਉਹਦੇ ਕੰਪੋਨੈਂਟਸ ਨੂੰ 31 ਮਾਰਚ ਤੋਂ ਹੋਰ ਅੱਗੇ। ਸੋ ਕਿਹੜੇ ਸਾਲ ਤੱਕ ਇਹ ਚੱਲੂ। ਸੋ ਇਹ ਹੋਰ 5 ਸਾਲਾਂ ਤੱਕ ਚੱਲੂ ਸਾਲ 2025-26 ਤੱਕ। ਕੰਨਿਆ ਸਿੱਖਿਆ ਪ੍ਰਵੇਸ਼ ਉਤਸਵ ਕੈਂਪੇਨ ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਦਾ ਇਨੀਸ਼ੀਏਟਿਵ ਹੈ ਇਨ ਲਿੰਕ ਵਿਦ ਮਿਨਿਸਟਰੀ ਆਫ ਐਜੂਕੇਸ਼ਨ ਤੇ ਨਾਲ ਹੋਰ ਕਿਹੜੀ ਆਰਗੇਨਾਈਜੇਸ਼ਨ। ਸੋ ਦੋ ਮਿਨਿਸਟਰੀਆਂ ਤੇ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਇਸ ਕੈਂਪੇਨ ਨੂੰ ਲੈ ਕੇ ਕੰਮ ਕਰ ਰਹੀ ਹੈ। ਸੋ ਉਹ ਆਰਗੇਨਾਈਜੇਸ਼ਨ ਹੈ ਇੰਟਰਨੈਸ਼ਨਲ ਆਰਗੇਨਾਈਜੇਸ਼ਨ UNICEF option A very important. Also one more thing before moving further with our next MCQs ਜੇ ਕੋਈ ਸਟੂਡੈਂਟ ਪੂਰਾ ਰਿਵੀਜ਼ਨ ਕੋਰਸ ਨਹੀਂ ਖਰੀਦਣਾ ਚਾਹੁੰਦਾ ਤਾਂ ਤੁਸੀਂ ਕੱਲੇ ਵੀਡੀਓ ਲੈਕਚਰ ਵੀ ਬਾਏ ਕਰ ਸਕਦੇ ਹੋ ਕੱਲੇ ਨੋਟਸ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਕੱਲੇ ਮੌਕ ਟੈਸਟ ਵੀ ਲੈ ਸਕਦੇ ਹੋ। ਜੇ ਤੁਸੀਂ ਕੋਈ ਵੀ ਮੇਰੇ ਤੋਂ ਪਹਿਲਾਂ ਨੋਟਸ ਖਰੀਦੇ ਹੋਏ ਨੇ ਕਿਸੇ ਵੀ ਸਬਜੈਕਟ ਤੇ ਕਿਸੇ ਵੀ ਐਗਜ਼ਾਮ ਲਈ ਤਾਂ ਤੁਹਾਨੂੰ ਇੱਕ ਬਹੁਤ ਹੀ ਜ਼ਿਆਦਾ ਵਧੀਆ ਆਫਰ ਦਿੱਤਾ ਜਾਊਗਾ। Also if you have any other query regarding the contents detailed or you want any sample of notes so you can send email on legalvictor02896@gmail.com or you have one other option you can follow my Instagram page Victor's Knowledge and send direct message there. So question is which state government will set up high quality telescope हर जिले विच to promote night sky astrotourism। So ਉਹ ਹੈ ਰਾਜਸਥਾਨ option C। Unfilled Barrel India's Oil Story ਇੱਕ ਨਵੀਂ ਬੁੱਕ ਹੈ ਜਿਹਨੂੰ ਲਾਂਚ ਕੀਤਾ ਹੈ। ਇਹਦੇ ਆਥਰ ਕੌਣ ਨੇ। ਇਹ ਬੁੱਕ ਲਿਖੀ ਹੈ ਰਿਚਾ ਮਿਸ਼ਰਾ ਨੇ। ਸ਼੍ਰੀਲੰਕਾ ਰੀਸੈਂਟਲੀ 69-year-old animal named ਰਾਜਾ ਇਹਦੀ ਡੈਥ ਤੇ ਸ਼ੋਕ ਮਨਾਇਆ ਗਿਆ ਹੈ। ਸ਼੍ਰੀਲੰਕਾ ਦੇ ਵਿੱਚ ਨੈਸ਼ਨਲ ਟ੍ਰੈਜਰ ਕਿਹਾ ਜਾਂਦਾ ਸੀ। ਇਹ ਐਨੀਮਲ ਰਾਜਾ ਕੀ ਸੀ। Which animal was Raja? So A ਇੱਕ elephant ਸੀ option B। A meeting of 3 BBIN motor vehicle agreement countries was recently held to discuss the operationalization of agreement। ਕਿਹੜੀ ਕੰਟਰੀ ਇਸ ਮੀਟਿੰਗ ਵਿੱਚ ਪਾਰਟਿਸਿਪੇਟ ਨਹੀਂ ਕਰ ਰਹੀ। ਸੋ ਇਹਨਾਂ ਚਾਰਾਂ ਦੇ ਵਿੱਚੋਂ ਭੂਟਾਨ ਪਾਰਟਿਸਿਪੇਟ ਨਹੀਂ ਕਰ ਰਹੀ option A। ਕਿਹੜੀ ਕੰਟਰੀ ਦੀ ਪੁਲਿਸ ਨੇ ਡਿਸਾਈਡ ਕੀਤਾ ਹੈ ਕਿ ਉਹ ਯੋਗਾ ਨੂੰ ਯੂਜ਼ ਕਰਨਗੇ ਪਰਸਨੇਲਸ ਤੇ ਸਟ੍ਰੈਸ ਮੈਨੇਜਮੈਂਟ ਦੇ ਲਈ। ਸੋ ਉਹ ਹੈ ਅਰਜਨਟੀਨਾ option D। ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ ਦੇ ਅੰਦਰ ਕਿਹੜਾ ਸੁਪਰ ਕੰਪਿਊਟਰ ਲਗਾਇਆ ਗਿਆ ਡਿਪਲੋਏ ਕੀਤਾ ਗਿਆ IIT ਰੁੜਕੀ ਵਿੱਚ। ਸੋ ਉਹ ਹੈ ਪਰਮ ਗੰਗਾ। ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ ਕੁਐਸਚਨ ਫॉर ਐਗਜ਼ਾਮ। 7 ਮਾਰਚ ਨੂੰ ਕਿਹੜੀ ਸਟੇਟ ਗਵਰਨਮੈਂਟ ਨੇ ਮਾਰਕ ਕੀਤੇ 100 ਸਾਲ ਪਾਲ ਧਾਦਵਕ ਕਿਲਿੰਗਸ ਦੇ ਕਾਲਿੰਗ ਇਟ ਬਿਗਰ ਮੈਸੇਕਰ ਦੈਨ ਜਲਿਆਂਵਾਲਾ ਬਾਗ। ਸੋ ਉਹ ਹੈ ਗੁਜਰਾਤ option C। ਕਿਹੜੀ ਕੰਟਰੀ ਨੇ ਰੀਸੈਂਟਲੀ ਐਲੀਵੇਟ ਕੀਤੀ ਹੈ ਆਪਣੀ ਏਜ ਆਫ ਸੈਕਸ਼ੂਅਲ ਕੰਸੈਂਟ ਫਰੋਮ 12 to 16 year। So this is again very important question. So that is Philippine option A। Next is 150th question what is the name of program ਜਿਹਨੂੰ ਆਰਗੇਨਾਈਜ਼ ਕੀਤਾ ਹੈ ਮਿਨਿਸਟਰੀ ਆਫ ਕਲਚਰ ਤੇ ਟੈਕਸਟਾਈਲ ਨੇ ਜਿਹਦੇ ਅੰਦਰ ਭਾਰਤੀ ਹੈਂਡੀਕ੍ਰਾਫਟ ਹੈਂਡਲੂਮ ਹੱਥਾਂ ਨਾਲ ਜਿਹੜੇ ਕੰਮ ਕਰਨ ਵਾਲੇ ਕਾਰੀਗਰ ਨੇ ਆਰਟ ਐਂਡ ਕਲਚਰ ਇਹਨਾਂ ਚੀਜ਼ਾਂ ਨੂੰ ਅਪਲੋਡ ਕੀਤਾ ਜਾਊਗਾ। ਸੋ ਉਹ ਨਾਮ ਹੈ ਪ੍ਰੋਗਰਾਮ ਦਾ ਝਰੋਖਾ option B। ਕਿਹੜੀ ਕੰਟਰੀ ਨੇ ਆਪਣੀ ਦੂਜੀ ਮਿਲਟਰੀ ਸੈਟੇਲਾਈਟ ਨੂੰ 2 ਸਕਸੈਸਫੁਲੀ ਟੈਸਟ ਫਾਇਰ ਕੀਤੀ ਹੈ। ਦਿਸ ਇਜ਼ very important।
ਸੋ ਨੋਟ 2 ਬਿਲੋਂਗ ਕਰਦੀ ਹੈ ਈਰਾਨ ਨੂੰ ਆਪਸ਼ਨ ਡੀ। UPI ਫੈਸਿਲਿਟੀ ਫॉर ਡਿਜੀਟਲ ਪੇਮੈਂਟ ਜਿਹਨੂੰ RBI ਨੇ ਫੀਚਰ ਫੋਨਸ ਦੇ ਲਈ ਲਾਂਚ ਕੀਤਾ ਹੈ, ਨਾਮ ਕੀ ਹੈ? ਸੋ ਉਹਦਾ ਨਾਮ ਹੈ UPI 123 Pay। ਮਾਤਰੂ ਸ਼ਕਤੀ ਉਦਯਮਿਤਾ ਸਕੀਮ ਕਿਹੜੀ ਸਟੇਟ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਜਿਹਦੇ ਅੰਦਰ ਜੋ ਵੀ ਵਿਮਨ ਐਂਟਰਪ੍ਰੈਨਿਓਰਸ ਨੇ ਉਹਨਾਂ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕੀਤਾ ਜਾਊ, ਐਨਕਰੇਜ ਕੀਤਾ ਜਾਊ? ਸੋ ਇਹ ਸਕੀਮ ਹੈ ਹਰਿਆਣਾ ਦੀ ਆਪਸ਼ਨ ਡੀ। G7 ਐਗਰੀਕਲਚਰ ਮਿਨਿਸਟਰਸ ਦੀ ਆਨਲਾਈਨ ਵਰਚੁਅਲ ਮੀਟਿੰਗ ਹੋਈ ਸੀ, ਕਿਹੜੀ ਕੰਟਰੀ ਨੇ ਇਹਨੂੰ ਹੋਸਟ ਕੀਤਾ? ਵੈਰੀ ਇੰਪੋਰਟੈਂਟ। ਸੋ ਹੋਸਟ ਕੰਟਰੀ ਸੀ ਇਸ ਵਰਚੁਅਲ ਮੀਟਿੰਗ ਦੀ ਜਰਮਨੀ, ਆਪਸ਼ਨ ਸੀ। India was termed as partly free in freedom in the world 2022 report। ਕਿਹੜੀ ਏਜੰਸੀ ਨੇ ਇਸ ਰਿਪੋਰਟ ਨੂੰ ਰਿਲੀਜ਼ ਕੀਤਾ ਹੈ? ਵੈਰੀ ਇੰਪੋਰਟੈਂਟ। ਸੋ ਦ ਏਜੰਸੀ ਇਜ਼ ਫਰੀडम ਹਾਊਸ, ਆਪਸ਼ਨ ਸੀ। ਕਿਹੜਾ ਫਾਈਨੈਂਸ਼ੀਅਲ ਟੈਕ ਸਟਾਰਟਅਪ ਹੈ ਜਿਹਨੇ ਮਾਸਟਰ ਕਾਰਡ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਔਨ ਕ੍ਰੈਡਿਟ ਕਾਰਡ? ਸੋ ਉਹ ਹੈ ਜ਼ੇਟਾ, ਆਪਸ਼ਨ ਡੀ। ਕਿਹੜਾ ਇੰਸਟੀਚਿਊਟ ਹੈ ਜਿਹਨੇ ਇੱਕ ਬੁੱਕ ਰਿਲੀਜ਼ ਕੀਤੀ ਹੈ ਜਿਹਦਾ ਨਾਮ ਹੈ ਬੀ ਅਵੇਅਰ ਔਨ ਮੋਡਸ ਆਪਰੈਂਡਾਈ ਆਫ ਫਾਈਨੈਂਸ਼ੀਅਲ ਫਰਾਡ? ਫਾਈਨੈਂਸ਼ੀਅਲ ਫਰਾਡ ਤੋਂ ਬਚਣ ਦੇ ਲਈ ਇੱਕ ਬੁਕਲੈਟ ਰਿਲੀਜ਼ ਕੀਤੀ ਹੈ RBI ਨੇ, ਜੋ ਭਾਰਤ ਦਾ ਸੈਂਟਰਲ ਬੈਂਕ ਹੈ, ਏਪੈਕਸ ਬੈਂਕ ਹੈ, ਰਿਜ਼ਰਵ ਬੈਂਕ ਆਫ ਇੰਡੀਆ, ਆਪਸ਼ਨ ਏ। ਓਪੋਜੀਸ਼ਨ ਲੀਡਰ ਯੂਨ ਸੁਕ ਯੋਲ ਨਵੇਂ ਰਾਸ਼ਟਰਪਤੀ ਬਣੇ ਨੇ ਕਿਹੜੇ ਦੇਸ਼ ਦੇ? ਸੋ ਇਹ ਬਣੇ ਨੇ ਸਾਊਥ ਕੋਰੀਆ, ਆਪਸ਼ਨ ਡੀ। ਰੀਸੈਂਟਲੀ ਪੁਰਾਣੇ ਰਾਸ਼ਟਰਪਤੀ, ਸੁਪਰੀਮ ਕੋਰਟ ਜੱਜ ਤੇ ਵੈਟਰਨ ਪੋਲੀਟੀਸ਼ੀਅਨ ਰਫੀਕ ਤਰਾਰ ਇਹਨਾਂ ਦੀ ਡੈਥ ਹੋਈ, ਕਿਹੜੀ ਦੇਸ਼ ਨੂੰ ਬਿਲੋਂਗ ਕਰਦੇ ਆ? ਸੋ ਇਹ ਬਿਲੋਂਗ ਕਰਦੇ ਆ ਪਾਕਿਸਤਾਨ, ਆਪਸ਼ਨ ਈ। ਇੰਡੀਆ ਨੇ ਕਿਹੜੇ ਭਾਰਤੀਏ ਨੇ ਵਿਚ ਇੰਡੀਅਨ won Grandecchai Cattolica International Open Chess Tournament? ਸੋ ਇਹ Grandecchai Cattolica ਟੂਰਨਾਮੈਂਟ ਹੈ ਜਿਹੜਾ ਇੰਪੋਰਟੈਂਟ ਇੰਟਰਨੈਸ਼ਨਲ ਲੈਵਲ ਦਾ ਚੈਸ ਟੂਰਨਾਮੈਂਟ ਹੈ, ਇਹਨੂੰ ਜਿੱਤਣ ਵਾਲੇ ਭਾਰਤੀਏ ਨੇ SL ਨਾਰਾਇਣ, ਆਪਸ਼ਨ ਸੀ। 올림픽 ਚੈਂਪੀਅਨ ਮੌਂਡੋ ਡੁਪਲੈਂਟਿਸ ਨੇ ਇੱਕ ਰਿਕਾਰਡ ਤੋੜ ਕੇ ਨਵਾਂ ਵਰਲਡ ਰਿਕਾਰਡ ਬਣਾਇਆ ਹੈ ਵਰਲਡ ਇਨਡੋਰ ਟੂਰ ਸਿਲਵਰ ਮੀਟਿੰਗ ਵਿੱਚ, ਜਿਹੜੀ ਬੈਲਗ੍ਰੇਡ ਵਿੱਚ ਹੋਈ ਸੀ। ਕਿਹੜੀ ਸਪੋਰਟ ਦੇ ਨਾਲ ਇਹ ਐਸੋਸੀਏਟਿਡ ਨੇ? ਸੋ ਜਿਹੜਾ ਨਵਾਂ ਵਰਲਡ ਰਿਕਾਰਡ ਬਣਾਇਆ ਇਹ ਹੈ ਪੋਲ ਵਾਲਟ ਸਪੋਰਟ ਦੇ ਵਿੱਚ, ਆਪਸ਼ਨ ਡੀ। ਇੰਟਰਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਰੀਸੈਂਟਲੀ ਐਥਲੈਟਿਕਸ ਨੂੰ ਬੈਨ ਕੀਤਾ ਹੈ ਦੋ ਕੰਟਰੀਜ਼ ਦੇ ਨੂੰ। ਸੋ ਦੋ ਦੇਸ਼ਾਂ ਦੇ ਐਥਲੈਟਿਕਸ ਨੂੰ ਬੈਨ ਕੀਤਾ ਹੈ ਬੀਜ਼ਿੰਗ 2022 ਵਿੰਟਰ ਪੈਰਾਲੰਪਿਕ ਵਿੱਚ ਪਾਰਟਿਸਿਪੇਟ ਕਰਨ ਤੋਂ। ਸੋ ਇਹ ਜਿਹੜੀਆਂ ਦੋ ਬੈਨਡ ਕੰਟਰੀਜ਼ ਨੇ ਉਹ ਨੇ ਰਸ਼ੀਆ ਤੇ ਬੇਲਾਰਸ, ਆਪਸ਼ਨ ਸੀ। ਇਨਵਾਇਰਨਮੈਂਟ ਲਾਇਰ ਰਿਜ਼ਵਾਨਾ ਹਸਨ ਇਹਨਾਂ ਨੂੰ US ਇੰਟਰਨੈਸ਼ਨਲ ਵਿਮਨ ਆਫ ਕਰੇਜ ਅਵਾਰਡ 2022 ਦਿੱਤਾ ਜਾਊਗਾ, ਕਿਹੜੀ ਕੰਟਰੀ ਦੀ ਸਿਟੀਜ਼ਨ ਹੈ? ਸੋ ਰਿਜ਼ਵਾਨਾ ਹਸਨ ਇਜ਼ ਫਰੋਮ ਬੰਗਲਾਦੇਸ਼, ਆਪਸ਼ਨ ਡੀ। ਹਾਊਸ ਵਰਕ ਇਜ਼ ਵਰਕ ਇਨੀਸ਼ੀਏਟਿਵ ਕਿਹੜੇ ਬੈਂਕ ਦੇ ਨਾਲ ਐਸੋਸੀਏਟਿਡ ਹੈ? ਸੋ ਇਹ ਹੈ related to option A Axis Bank। Lupin Limited, Lupin has named which Indian female sportswoman as brand ambassador for Shakti initiative? So A ne Mary Kom, option C। India's largest reclining statue of Lord Buddha ਕਿਹੜੀ Buddhist circuit city ਵਿੱਚ ਤਿਆਰ ਕੀਤਾ ਜਾਊਗਾ to come up in? So A ਹੋ ਬੋਧ ਗਿਆ, option D। No smoking day 9 ਮਾਰਚ ਨੂੰ observe ਕੀਤਾ ਜਾਂਦਾ ਹੈ, ਸਾਲ 2022 ਦਾ ਇਸ ਦਿਨ ਦਾ ਥੀਮ ਕੀ ਸੀ? very important। So the theme is option C, quitting smoking doesn't have to be stressful। Next question 168 ਕਿਹੜੀ state government ਨੇ recently ਇੱਕ floating solar power project ਜਿਹੜਾ total ਲਾਗਤ 150.4 ਕਰੋੜ ਦੇ ਨਾਲ ਤਿਆਰ ਕੀਤਾ ਗਿਆ, ਕੰਸਟਰਕਟ ਕੀਤਾ ਗਿਆ, ਉਹਨੂੰ inaugurate ਕੀਤਾ ਹੈ? So ਇਹ ਹੈ ਤਮਿਲਨਾਡੂ, option A। Voice UPI payment service feature phone user ਦੇ ਲਈ ਇੱਕ recent initiative ਹੈ, ਕਿਹੜੀ ਟੈਕ ਕੰਪਨੀ ਦਾ? ਸੋ ਉਹ ਟੈਕਨੋਲੋਜੀ ਕੰਪਨੀ ਹੈ ਟੋਨ ਟੈਗ, ਆਪਸ਼ਨ ਡੀ। ਇੰਡੀਆ ਦਾ ਪਹਿਲਾ 100% ਵਿਮਨ ਓਨ ਇੰਡਸਟਰੀਅਲ ਪਾਰਕ ਕਿਹੜੀ ਸਿਟੀ ਵਿੱਚ ਸ਼ੁਰੂ ਹੋ ਗਿਆ? ਉਹਨੇ ਆਪਣਾ ਆਪਰੇਸ਼ਨ ਸਟਾਰਟ ਕਰਤੇ। ਸੋ ਉਹ ਹੈ ਹੈਦਰਾਬਾਦ, ਆਪਸ਼ਨ ਸੀ। ਕੌਸ਼ਲਿਆ ਮੈਤ੍ਰਿਤਵ ਯੋਜਨਾ ਰੀਸੈਂਟ ਇਨੀਸ਼ੀਏਟਿਵ ਹੈ, ਕਿਹੜੀ ਸਟੇਟ ਗਵਰਨਮੈਂਟ ਦਾ? ਸੋ ਉਹ ਹੈ ਆਪਸ਼ਨ ਡੀ ਛੱਤੀਸਗੜ੍ਹ। ਇੰਡੀਆ ਤੇ ਵਰਲਡ ਬੈਂਕ ਨੇ ਇੱਕ ਐਗਰੀਮੈਂਟ ਸਾਈਨ ਕੀਤਾ ਹੈ ਸੋਸ਼ਲ ਪ੍ਰੋਟੈਕਸ਼ਨ ਸਰਵਿਸਿਜ਼ ਦੇ ਲਈ ਤੇ ਟੋਟਲ ਲਾਗਤ ਹੈ ਇਸ ਐਗਰੀਮੈਂਟ ਪ੍ਰੋਜੈਕਟ ਦੀ, ਜਿਹੜੀ ਐਗਰੀਮੈਂਟ ਅਮਾਉਂਟ ਹੈ that is $125 ਮਿਲੀਅਨ ਲੋਨ। ਸੋ ਲੋਨ ਸਪੋਰਟ ਇੰਡੀਆ ਨੂੰ ਮਿਲੂਗੀ ਕਿਹੜੀ ਸਟੇਟ ਨੂੰ? ਸੋ ਉਹ ਹੈ ਵੈਸਟ ਬੰਗਾਲ, ਆਪਸ਼ਨ ਏ।
ਪੱਲੇ ਪ੍ਰਗਤੀ ਐਂਡ ਪਾਟਨਾ ਪ੍ਰਗਤੀ ਇਹ ਸਕੀਮਸ ਨੇ ਕਿਹੜੀ ਸਟੇਟ ਦੇ ਨਾਲ ਰਿਲੇਟਡ? ਸੋ ਇਹ ਦੋਨੋਂ ਸਕੀਮ ਨੇ ਤੇਲੰਗਾਨਾ ਦੀਆਂ, ਆਪਸ਼ਨ ਏ। ਕਿਹੜੀ ਕੰਟਰੀ ਦੀ ਪਾਰਲੀਮੈਂਟ ਨੇ ਇਲੈਕਟ ਕੀਤੀ ਹੈ ਪਹਿਲੀ ਮਹਿਲਾ ਰਾਸ਼ਟਰਪਤੀ ਕੈਟਾਲਿਨ ਨੋਵੈਕ? So A है country Hungary and this is very important question for all upcoming exam. ਕਿਹੜੀ ਮਲਟੀਲੇਟਰਲ ਲੈਂਡਿੰਗ ਏਜੰਸੀ ਹੈ ਜਿਹਨੇ ਅਪਰੂਵ ਕੀਤੀ ਹੈ ਐਮਰਜੈਂਸੀ ਸਪੋਰਟ $1.4 ਬਿਲੀਅਨ ਦੀ ਯੂਕਰੇਨ ਨੂੰ? ਸੋ ਉਹ ਹੈ IMF, ਆਪਸ਼ਨ ਬੀ। ਕਿਹੜੀ ਸਟੇਟ ਨੇ ਅਨਾਉਂਸ ਕੀਤਾ ਹੈ ਕਿ ਉਹ ਸੁਸ਼ਮਾ ਸਵਰਾਜ ਅਵਾਰਡ ਸਟਾਰਟ ਕਰਨਗੇ ਔਰਤਾਂ ਦੇ ਲਈ, ਮਹਿਲਾਵਾਂ ਦੇ ਲਈ? ਸੋ ਇਹ ਸਟੇਟ ਹੈ ਹਰਿਆਣਾ, ਆਪਸ਼ਨ ਏ। ਕਿਹੜੀ ਸਟੇਟ ਨੇ ਲਾਂਚ ਕੀਤੀ ਹੈ ਵਿਮਨ ਐਟ ਦ ਰੇਟ ਵਰਕ ਪ੍ਰੋਗਰਾਮ ਔਰਤਾਂ ਨੂੰ, ਸਕਿਲਡ ਔਰਤਾਂ ਨੂੰ ਇੰਪਲੋਇਮੈਂਟ ਰੋਜ਼ਗਾਰ ਦੇਣ ਦੇ ਲਈ? ਸੋ ਇਹ ਸਕੀਮ ਹੈ ਕਰਨਾਟਕਾ ਦੀ, ਆਪਸ਼ਨ ਏ। ਸੁਪਰੀਮ ਕੋਰਟ ਨੇ ਅਪਾਇੰਟ ਕੀਤਾ ਹੈ ਪੁਰਾਣੇ ਜੱਜ ਨੂੰ ਜਸਟਿਸ AK ਸੀਕਰੀ ਨੂੰ ਐਸ ਚੇਅਰਪਰਸਨ ਆਫ ਹਾਈ ਪਾਵਰਡ ਕਮੇਟੀ ਕਿਹੜੇ ਇਸ਼ੂ ਦੇ ਲਈ? ਸੋ ਇਹ ਹੈ ਇਸ਼ੂ 4 ਧਾਮ ਪ੍ਰੋਜੈਕਟ ਦਾ, ਆਪਸ਼ਨ ਬੀ। ਸਕਾਟ ਸਟੇਟ ਆਫ ਗਵਰਨੈਂਸ ਰੈਂਕਿੰਗ ਦੇ ਵਿੱਚ ਕਿਹੜੀ ਸਟੇਟ ਪਹਿਲੇ ਨੰਬਰ ਤੇ ਆਈ ਹੈ ਲਗਾਤਾਰ ਦੂਜੀ ਵਾਰੀ? So this is another important question. So ਉਹ ਹੈ ਆਂਧਰਾ ਪ੍ਰਦੇਸ਼, ਆਪਸ਼ਨ ਬੀ। ਕਿਹੜੀ ਯੂਨੀਅਨ ਮਿਨਿਸਟਰੀ ਨੇ ਰੀਸੈਂਟਲੀ ਲਾਂਚ ਕੀਤਾ ਹੈ ਵਰਚੁਅਲ ਸਮਾਰਟ ਗ੍ਰਿਡ ਨੌਲੇਜ ਸੈਂਟਰ ਐਂਡ ਇਨੋਵੇਸ਼ਨ ਪਾਰਕ? ਸੋ ਉਹ ਹੈ RK ਸਿੰਘ, ਯੂਨੀਅਨ ਮਿਨਿਸਟਰ, ਆਪਸ਼ਨ ਏ। ਤੀਜਾ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਨਿਊ ਦਿੱਲੀ ਵਿੱਚ ਸਟਾਰਟ ਹੋਇਆ। ਕਿਹੜੀ ਮਿਨਿਸਟਰੀ ਨੇ ਲੋਕ ਸਭਾ ਦੇ ਨਾਲ ਮਿਲ ਕੇ ਇਹਨੂੰ ਆਰਗੇਨਾਈਜ਼ ਕਰਵਾਇਆ? ਸੋ ਉਹ ਹੈ ਯੂਥ ਅਫੇਅਰ ਤੇ ਸਪੋਰਟਸ ਦੀ ਮਿਨਿਸਟਰੀ। ਕਿਹੜੀ ਸਟੇਟ ਗਵਰਨਮੈਂਟ ਨੇ ਅਨਾਉਂਸ ਕੀਤੀ ਇੱਕ ਸਪੈਸ਼ਲ ਸਕੀਮ ਜਿਹਦਾ ਨਾਮ ਹੈ ਮੁੱਖ ਮੰਤਰੀ ਚਾ ਸ਼੍ਰਾਮੀ ਕਲਿਆਣ ਪ੍ਰਕਲਪਨਾ ਟੀ ਗਾਰਡਨ ਵਰਕਰ ਦੇ ਲਈ? ਸੋ ਇਹ ਹੈ ਤ੍ਰਿਪੁਰਾ, ਆਪਸ਼ਨ ਬੀ। ਯੂਨੀਅਨ ਸਿਵਲ ਐਵੀਏਸ਼ਨ ਮਿਨਿਸਟਰ ਜੋਤਿਰਾਦਿੱਤਿਆ ਸਿੰਧਿਆ ਨੇ ਇਨੋਗ੍ਰੇਟ ਕੀਤਾ ਇੱਕ ਡਰੋਨ ਸਕੂਲ ਮੱਧ ਪ੍ਰਦੇਸ਼ ਦੇ ਕਿਹੜੇ ਸ਼ਹਿਰ ਵਿੱਚ? ਸੋ ਉਹ ਸ਼ਹਿਰ ਹੈ ਗਵਾਲੀਅਰ, ਆਪਸ਼ਨ ਬੀ। ਦੇਬਾਸ਼ੀਸ਼ ਪਾਂਡੇ ਨਵੇਂ ਚੇਅਰਮੈਨ ਬਣੇ ਨੇ ਕਿਹੜੀ ਏਜੰਸੀ ਦੇ? ਸੋ that is IRDAI। 185th question, ਰਿਜ਼ਰਵ ਬੈਂਕ ਆਫ ਇੰਡੀਆ ਨੇ ਡਾਇਰੈਕਟ ਕੀਤੀਆਂ ਨੇ ਕਿਹੜੇ ਪੇਮੈਂਟ ਬੈਂਕ ਨੂੰ ਟੂ ਸਟਾਪ ਔਨਬੋਰਡਿੰਗ ਨਿਊ ਕਸਟਮਰ ਵਿਦ ਇਮੀਡੀਏਟ ਇਫੈਕਟ? ਸੋ ਉਹ ਹੈ Paytm ਪੇਮੈਂਟ ਬੈਂਕ, ਆਪਸ਼ਨ ਸੀ। A technical malfunction, ਇੱਕ ਟੈਕਨੀਕਲ ਖਰਾਬੀ ਕਰਕੇ ਰੀਸੈਂਟਲੀ ਐਕਸੀਡੈਂਟ ਫਾਇਰਿੰਗ ਹੋਈ ਹੈ ਇੱਕ ਮਿਸਾਈਲ ਦੀ ਇੰਡੀਆ ਤੋਂ ਕਿਹੜੇ ਗਵਾਂਢੀ ਦੇਸ਼ ਵਿੱਚ? ਸੋ ਉਹ ਹੋਈ ਹੈ ਪਾਕਿਸਤਾਨ ਵਿੱਚ, ਨੇਬਰਿੰਗ ਕੰਟਰੀ ਪਾਕਿਸਤਾਨ, ਆਪਸ਼ਨ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੈਡੀਕੇਟ ਕੀਤਾ ਹੈ ਦੇਸ਼ ਨੂੰ ਬਿਲਡਿੰਗ ਆਫ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਕਿਹੜੀ ਸਟੇਟ ਵਿੱਚ? ਸੋ ਦ ਸਟੇਟ ਇਜ਼ ਗੁਜਰਾਤ, ਆਪਸ਼ਨ ਸੀ। ਇੱਕ ਬੁੱਕ ਹੈ ਸੋਲੀ ਸੌਰਭ ਜੀ ਲਾਈਫ ਐਂਡ ਟਾਈਮਸ, ਕਿਹਨੇ ਲਿਖੀ ਹੈ? ਸੋ ਇਹਨੂੰ ਲਿਖਿਆ ਹੈ ਅਭਿਨਵ ਚੰਦਰਚੂੜ। 189 ਕੁਐਸਚਨ, ਕਿਹੜੀ ਕੰਟਰੀ ਦੀ ਆਰਮੀ ਤੇ ਇੰਡੀਆ ਦਾ ਸੈਂਟਰ ਫॉर ਲੈਂਡ ਵਾਰਫੇਅਰ ਸਟੱਡੀ ਇਹਨਾਂ ਦੋਨਾਂ ਨੇ ਮਿਲ ਕੇ ਇੱਕ MOU ਅਗਰੀਮੈਂਟ ਸਾਈਨ ਕੀਤਾ ਹੈ ਅਕੈਡਮਿਕ ਕੋਆਪਰੇਸ਼ਨ ਤੇ ਐਂਗੇਜਮੈਂਟ ਲਈ? ਸੋ ਇਹ ਆਰਮੀ ਹੈ ਆਸਟ੍ਰੇਲੀਆ ਦੀ, ਆਪਸ਼ਨ ਸੀ। ਇੰਡੀਆ stood at which place? ਇੰਡੀਆ ਦਾ ਕਿਹੜਾ ਰੈਂਕ ਆਇਆ ਹੈ? ਵੈਰੀ ਇੰਪੋਰਟੈਂਟ ਕੁਐਸਚਨ। ਸੋ ਜੋ ਵੀ ਰਿਪੋਰਟਸ, ਇੰਡੈਕਸਿਸ, ਰੈਂਕਸ ਆਉਂਦੇ ਨੇ ਇਹ ਹਰ ਐਗਜ਼ਾਮ ਦੇ ਲਈ ਜ਼ਰੂਰ ਤੁਸੀਂ ਤਿਆਰ ਕਰਨੇ ਨੇ। ਗਲੋਬਲ ਇਨਵੈਸਟਮੈਂਟ ਕੈਪੀਟਲ ਫॉर ਡਿਜੀਟਲ ਸ਼ਾਪਿੰਗ, ਆਨਲਾਈਨ ਸ਼ਾਪਿੰਗ ਕਰਨ ਦੇ ਵਿੱਚ ਸਾਲ 2021 ਇੰਡੀਆ ਰਿਹਾ ਹੈ ਦੂਜੇ ਨੰਬਰ ਤੇ, ਆਪਸ਼ਨ ਬੀ ਸੈਕਿੰਡ। ਅਟਲ ਇਨੋਵੇਸ਼ਨ ਮਿਸ਼ਨ ਨੀਤੀ ਆਯੋਗ ਨੇ ਪਾਰਟਨਰਸ਼ਿਪ ਕੀਤੀ ਹੈ ਕਿਡੈਕਸ ਵੈਂਚਰ ਪ੍ਰਾਈਵੇਟ ਲਿਮਟਿਡ ਦੇ ਨਾਲ ਇਨੋਵੇਸ਼ਨ ਤੇ ਐਂਟਰਪ੍ਰੀਨਿਓਰਸ਼ਿਪ ਨੂੰ ਪ੍ਰਮੋਟ ਕਰਨ ਦੇ ਲਈ ਕਿਹੜੇ ਸੈਕਸ਼ਨ ਦੇ ਲਈ? ਸੋ ਇੱਕ ਗਰੁੱਪ ਹੈ ਸਕੂਲ ਸਟੂਡੈਂਟਸ ਦਾ ਜਿਹਦੇ ਲਈ ਇਹ ਇਨੀਸ਼ੀਏਟਿਵ ਸਟਾਰਟ ਕੀਤਾ ਗਿਆ, ਆਪਸ਼ਨ ਏ ਇਜ਼ ਦ ਰਾਈਟ ਆਨਸਰ। ਇਸਰੋ 150 ਸਟੂਡੈਂਟ ਨੂੰ ਸਿਲੈਕਟ ਕਰੂਗੀ ਆਪਣੇ ਯੰਗ ਸਾਇੰਟਿਸਟ ਪ੍ਰੋਗਰਾਮ ਦੇ ਲਈ ਜਿਹਨੂੰ ਪਪੂਲਰਲੀ ਕਿਹਾ ਜਾਂਦਾ ਹੈ ਯੂਵਿਕਾ, ਆਪਸ਼ਨ ਏ। ਭਾਰਤ ਦੇ ਅੰਦਰੋਂ ਕਿੰਨੇ 에ਅਰਪੋਰਟਸ ਨੇ ਜਿਨ੍ਹਾਂ ਦੀ ਜਗ੍ਹਾ ਆਈ ਹੈ, ਜਿਨ੍ਹਾਂ ਦਾ ਰੈਂਕ ਆਇਆ ਕੋਈ ਨਾ ਕੋਈ ਟੌਪ ਦੇ ਵਿੱਚ in best airport by size and region by airport council international? so total ਜਿਨ੍ਹਾਂ ਨੇ ਜਗ੍ਹਾ ਬਣਾਈ ਹੈ 에ਅਰਪੋਰਟ ਨੇ ਇਸ important category ਦੇ ਵਿੱਚ ਉਹ ਨੇ 6, option C। which is the organizing agency of ਪੂਸਾ ਕ੍ਰਿਸ਼ੀ ਵਿਗਿਆਨ ਮੇਲਾ 2022 ਜਿਹੜਾ recently organize ਕਰਵਾਇਆ ਗਿਆ? ਸੋ ਇਹ ਏਜੰਸੀ ਹੈ IARI, option C। ਸੁਸਾਇਟੀ ਦਾ ਨਾਮ ਕੀ ਹੈ ਜਿਹਨੇ ਸਰਕਾਰ ਦੀ ਸੁਸਾਇਟੀ ਹੈ ਬੇਸਿਕਲੀ ਗਵਰਨਮੈਂਟ ਨੇ ਸੈਟਅਪ ਕੀਤੀ ਹੈ ਅੰਡਰ ਦ ਮਿਨਿਸਟਰੀ ਆਫ ਪਾਵਰ ਵਿਚ ਵਿਲ ਐਕਟ ਐਜ਼ ਟੌਪ ਪਾਲਿਸੀ ਐਡਵੋਕੇਸੀ ਆਰਮ ਫॉर द ਪਾਵਰ ਐਂਡ ਐਲੀਟ ਸੈਕਟਰ? ਸੋ ਇਹ ਸੁਸਾਇਟੀ ਹੈ ਪਾਵਰ ਫਾਊਂਡੇਸ਼ਨ, ਆਪਸ਼ਨ ਏ।
ਕਿਹੜੇ ਬੈਂਕ ਨੇ ਇੱਕ ਅਗਰੀਮੈਂਟ ਸਾਈਨ ਕੀਤਾ ਹੈ ਸੈਲਕੋ ਸੋਲਰ ਲਾਈਟ ਪ੍ਰਾਈਵੇਟ ਲਿਮਟਿਡ ਦੇ ਨਾਲ, ਜਿਹਦੇ ਵਿੱਚ ਜਿਹੜੇ ਅੰਡਰ ਰਿਜ਼ਰਵ ਪੋਪੂਲੇਸ਼ਨ ਹੈ, ਜਿਨ੍ਹਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ એનર્ਜੀ ਐਕਸੈਸ ਕਰਵਾਈ ਜਾਊਗੀ। ਸੋ ਉਹ ਹੈ ਕਰਨਾਟਕਾ ਬੈਂਕ ਆਪਸ਼ਨ ਬੀ। In recognition of its best performance in self-help group bank linkage, Ministry of Rural Development ਨੂੰ award ਦਿੱਤਾ ਹੈ ਇੱਕ ਬੈਂਕ ਨੇ। ਸੋ ਉਹ award ਹੈ National Award for Outstanding Performance for Financial Year 2020-21 ਤੇ ਇਹ award ਦਿੱਤਾ ਹੈ ਜੰਮੂ ਐਂਡ ਕਸ਼ਮੀਰ ਬੈਂਕ ਨੇ। ਆਪਸ਼ਨ ਡੀ ਇਹਦਾ right answer ਹੈ। Next is 198th question. What is the name of India's envoy to Palestine ਜਿਨ੍ਹਾਂ ਦੀ recently death ਹੋਈ? So the right answer is option B, ਮੁਕੁਲ ਆਰਿਆ। ਕਿਹੜੀ ਮਹਿਲਾ ਕ੍ਰਿਕਟ ਪਲੇਅਰ ਹੈ ਜਿਨ੍ਹਾਂ ਨੇ ਇੱਕ ਰਿਕਾਰਡ ਤੋੜਿਆ ਸਭ ਤੋਂ ਜ਼ਿਆਦਾ ਮੈਚ ਖੇਲੇ ਨੇ ਕੈਪਟਨ ਮੈਚ? ਸੋ ਕੈਪਟੈਂਸੀ ਦੇ ਅੰਦਰ ਸਭ ਤੋਂ ਜ਼ਿਆਦਾ ਮੈਚ ਇਹਨਾਂ ਨੇ ਖੇਲੇ ਨੇ ਇਨ ICC Women World Cup। ਸੋ ਇਹ ਹੈ ਇੰਡੀਅਨ ਕ੍ਰਿਕਟਰ ਮਿਥਾਲੀ ਰਾਜ। ਆਪਸ਼ਨ ਏ। ਕਿਹੜੀ ਸਟੇਟ ਨੇ ਟੌਪ ਕੀਤਾ ਹੈ ਇਨ ਮੈਟਰਨਲ ਐਂਡ ਚਾਈਲਡ ਹੈਲਥ ਐਜ਼ ਪਰ ਲੇਟੈਸਟ ਸੈਂਪਲ ਰਜਿਸਟ੍ਰੇਸ਼ਨ ਸਿਸਟਮ? ਸੋ ਦ ਸਟੇਟ ਜਿਹੜੀ ਨੰਬਰ 1 ਤੇ ਰਹੀ ਹੈ ਉਹ ਹੈ ਕੇਰਲਾ। ਆਪਸ਼ਨ ਡੀ। ਕਿਹੜੀ ਇੰਡੀਆ ਦੀ ਸਟਾਕ ਐਕਸਚੇਂਜ ਹੈ ਜਿਹਨੇ ਟਾਈ ਅਪ ਕੀਤਾ ਹੈ ਇੰਡੀਅਨ ਬੁਲੀਅਨ ਐਂਡ ਜੁਐਲਰ ਐਸੋਸੀਏਸ਼ਨ ਲਿਮਟਿਡ ਦੇ ਨਾਲ ਟੂ ਲਾਂਚ ਡੋਮੈਸਟਿਕ ਬੁਲੀਅਨ ਸਪੌਟ ਐਕਸਚੇਂਜ? ਸੋ ਇਹ ਹੈ NSE ਨੈਸ਼ਨਲ ਸਟਾਕ ਐਕਸਚੇਂਜ। ਆਪਸ਼ਨ ਏ ਇਜ਼ ਦ ਰਾਈਟ ਆਂਸਰ। ਤੇ ਅੱਜ ਦੇ ਇਸ ਪਾਰਟ 1 ਇੰਪੋਰਟੈਂਟ ਮੰਥਲੀ ਮਾਰਚ 2022 ਕਰੰਟ ਅਫੇਅਰ ਸੀਰੀਜ਼ ਦਾ ਲਾਸਟ ਕੁਐਸਚਨ ਹੈ ਦ ਡੋਮੈਸਟਿਕ ਰੇਟਿੰਗ ਏਜੰਸੀ ਕ੍ਰਾਈਸਿਲ ਨੇ 2022-23 ਲਈ ਇੰਡੀਆ ਦੀ GDP ਗ੍ਰੋਥ ਰੇਟ ਕਿੰਨੀ ਪਰਸੈਂਟੇਜ ਉੱਤੇ ਫੋਰਕਾਸਟ ਕੀਤੀ ਹੈ? ਸੋ ਉਹ ਹੈ 7.8%। ਆਪਸ਼ਨ ਬੀ ਐਂਡ ਦਿਸ ਇਜ਼ very important question। So this was all about today's lecture। Next part 2 ਦੇ ਵਿੱਚ ਮੈਂ 203 ਕੁਐਸਚਨ ਤੋਂ ਸਟਾਰਟ ਕਰੂੰਗੀ। ਸੋ ਉਹਦੇ ਅੰਦਰ ਆਪਾਂ ਬਾਕੀ 400 ਤੱਕ ਦੇ ਜੋ MCQ ਰਹਿੰਦੇ ਨੇ ਮਾਰਚ ਮਹੀਨੇ ਦੇ ਉਹ ਡਿਸਕਸ ਕਰਾਂਗੇ। ਸੋ ਇਹ ਆਉਣ ਵਾਲੇ ਸਾਰੇ ਐਗਜ਼ਾਮਸ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੁਹਾਡੇ ਲਈ ਰਹਿਣ ਵਾਲੇ ਨੇ ਤੇ ਕਰੰਟ ਅਫੇਅਰਸ ਦੀ ਤੁਹਾਨੂੰ ਬਾਕੀ ਸਟੂਡੈਂਟਸ ਨਾਲੋਂ ਇੱਕ ਐਜ ਦਵਾਉਂਦੇ ਨੇ। ਤੁਸੀਂ ਆਪਣੇ ਆਪ ਨੂੰ ਮੈਰਿਟ ਲਿਸਟ ਵਿੱਚ ਜੇ ਦੇਖਣਾ ਹੈ ਤਾਂ ਕਰੰਟ ਅਫੇਅਰਸ ਉੱਤੇ ਜ਼ਿਆਦਾ ਤੋਂ ਜ਼ਿਆਦਾ ਫੋਕਸ ਕਰੋ। So this was all about today's lecture। I hope you liked the video। Keep supporting Victor's Knowledge। Please do subscribe to it, share it with your friends and family। Thank you and good luck।